ਪਹਿਲਾ ਸਾਲ ਸਨ 1902 ਈਸਵੀ। ਪਵਿੱਤਰ ਜਨਮ ਸ੍ਰੀਮਾਨ 108 ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਵਿੱਤਰ ਜਨਮ ਮਾਘ ਦੀ ਪੂਰਨਮਾਸ਼ੀ ਫੱਗਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸਤਿਗੁਰਾਂ ਦੇ ਇਸ ਪਾਵਨ ਮੁਖਵਾਕ ਅਨੁਸਾਰ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਸੰਮਤ 1959 ਬਿਕਰਮੀ ਮੁਤਾਬਕ 12 ਫਰਵਰੀ ਸਨ 1902 ਦਿਨ ਬੁੱਧਵਾਰ ਅੰਮ੍ਰਿਤ ਵੇਲੇ 2:30 ਵਜੇ ਹੋਇਆ। ਸੰਤ ਜੀ ਦੀ ਮਾਤਾ ਦਾ ਨਾਮ ਆਨੰਦ ਕੌਰ ਸੀ। ਸੋ ਆਨੰਦ ਕੌਰ ਤੋਂ ਨੰਦ ਤੋਂ ਭਾਵ ਪੁੱਤਰ, ਉਪਾਰਜਨਾ ਤੋਂ ਭਾਵ ਪੈਦਾ ਹੋਇਆ। ਜੋ ਆਨੰਦ ਨੂੰ ਉਪਾਰਜਨਾ ਤੋਂ ਭਾਵ ਪੈਦਾ ਕਰਨ ਵਾਲਾ ਅਤੇ ਫਲ ਗੁਣ ਤੋਂ ਭਾਵ ਗੁਣਾ ਰੂਪ ਫਲਾਂ ਨਾਲ ਭਰਿਆ ਹੋਇਆ ਸੀ। ਮਾਤਾ ਪਿਤਾ ਦੀ ਦਿਲੀ ਕਾਮਨਾ ਪੂਰਨ ਹੋਈ। ਸੋਹਣੀ ਸੂਰਤ ਤੇ ਮੋਹਣੀ ਮੂਰਤ ਨੂੰ ਵੇਖ ਕੇ ਮਾਤਾ ਪਿਤਾ ਗਦ-ਗਦ ਹੋ ਗਏ। ਪਰਿਵਾਰ ਖੁਸ਼ੀਆਂ ਨਾਲ ਭਰ ਗਿਆ। ਬਾਲਕ ਦਾ ਸੁੰਦਰ ਚਿਹਰਾ, ਰੰਗ ਗੋਰਾ, ਨਕਸ਼ ਨਿਗਾਰ ਤਿੱਖੇ, ਮੱਥਾ ਚੌੜਾ, ਨੇਤਰ ਗੋਲ, ਨੱਕ ਤਿੱਖਾ, ਪਰਵੱਟੇ ਕਮਾਨ ਵਾਂਗ, ਹੱਥਾਂ ਪੈਰਾਂ ਦੀਆਂ ਉਂਗਲਾਂ ਪਤਲੀਆਂ, ਪਤਲੇ ਬੁੱਲ, ਖਿੜਿਆ ਮੁਖ, ਹਰ ਵੇਖਣ ਵਾਲੇ ਦਾ ਮਨ ਮੋਹਿਆ ਗਿਆ। ਸਭ ਵੱਲੋਂ ਮਾਤਾ ਪਿਤਾ ਅਤੇ ਸਮੂਹ ਪਰਿਵਾਰ ਨੂੰ ਭਰਪੂਰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਜਨਮ ਸੰਸਕਾਰ। ਜਨਮ ਤੋਂ ਕੁਝ ਸਮਾਂ ਬਾਅਦ ਗੁਰਮਤਿ ਅਨੁਸਾਰ ਜਨਮ ਸੰਸਕਾਰ ਕਰਨ ਲਈ ਪਿਤਾ ਜੀ ਨੇ ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾ ਕੇ ਸ੍ਰੀ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਬੜੀ ਇਕਾਗਰਤਾ ਨਾਲ ਕੀਤਾ। ਇਸ ਤਰ੍ਹਾਂ ਅੰਮ੍ਰਿਤ ਤਿਆਰ ਕਰਕੇ ਅਰਦਾਸ ਉਪਰੰਤ ਪਹਿਲਾਂ ਸੁੰਦਰ ਬਾਲਕ ਦੇ ਮੁਖ, ਸੀਸ ਤੇ ਨੇਤਰਾਂ ਵਿੱਚ 5-5 ਬੂੰਦਾਂ ਅੰਮ੍ਰਿਤ ਦੀਆਂ ਪਾਈਆਂ। ਬਾਕੀ ਦਾ ਅੰਮ੍ਰਿਤ ਮਾਤਾ ਜੀ ਨੂੰ ਪਿਤਾ ਨੇ ਦੇ ਦਿੱਤਾ। ਇਸ ਤਰ੍ਹਾਂ ਗੁਰਮਤਿ ਅਨੁਸਾਰ ਗੁੜਤੀ ਦਿੱਤੀ। ਨਾਮ ਸੰਸਕਾਰ। ਜਦ ਬਾਲਕ ਕੁਝ ਦਿਨਾਂ ਦਾ ਹੋਇਆ ਅਤੇ ਮਾਤਾ ਜੀ ਦੀ ਸਿਹਤ ਚੱਲਣ ਫਿਰਨ ਦੇ ਯੋਗ ਹੋ ਗਈ ਤਾਂ ਮਾਤਾ ਜੀ ਨੇ ਆਪ ਇਸ਼ਨਾਨ ਕੀਤਾ ਤੇ ਬਾਲਕ ਨੂੰ ਵੀ ਇਸ਼ਨਾਨ ਕਰਵਾਇਆ। ਭੂਆ ਸਾਹਿਬ ਕੌਰ ਜੀ ਬਾਲਕ ਨੂੰ ਚੁੱਕ ਕੇ ਮਾਤਾ ਜੀ ਸਮੇਤ ਗੁਰਦੁਆਰੇ ਸਾਹਿਬ ਪਹੁੰਚ ਗਏ। ਦਾਦਾ ਦਾਦੀ, ਤਾਇਆ, ਪਿਤਾ ਜੀ, ਸਾਰਾ ਪਰਿਵਾਰ ਅਤੇ ਗਲੀ ਗਵਾਂਢ ਹਿਤਕਾਰੀ ਵੀ ਖੁਸ਼ੀ ਸਹਿਤ ਗੁਰਦੁਆਰਾ ਸਾਹਿਬ ਪਹੁੰਚ ਗਏ। ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਲਿਆਂਦਾ ਗਿਆ। ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਤਾਇਆ ਕਾਹਨ ਸਿੰਘ ਜੀ ਨੇ ਨਾਮ ਸੰਸਕਾਰ ਦੀ ਅਰਦਾਸ ਕੀਤੀ ਅਤੇ ਨਾਲ ਹੀ ਖੁਸ਼ੀ ਸਹਿਤ ਸ੍ਰੀ ਸਹਿਜ ਪਾਠ ਆਰੰਭ ਦੀ ਅਰਦਾਸ ਵੀ ਕੀਤੀ। ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸ੍ਰੀ ਮੁਖਵਾਕ ਆਇਆ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ, ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਮਤਿ ਮਰਜ਼ਾਦਾ ਅਨੁਸਾਰ ਸ੍ਰੀ ਮੁਖਵਾਕ ਦੇ ਪਹਿਲੇ ਅੱਖਰ ਤੋਂ ਆਪ ਜੀ ਦਾ ਨਾਮ ਗੁਰਬਚਨ ਸਿੰਘ ਰੱਖਿਆ ਗਿਆ। ਜਨਮ ਦੀ ਖੁਸ਼ੀ ਵਿੱਚ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਜੋ ਸ੍ਰੀ ਸਹਿਜ ਪਾਠ ਦਾ ਆਰੰਭ ਕੀਤਾ ਸੀ, ਉਸ ਦਾ ਭੋਗ 40 ਦਿਨਾਂ ਬਾਅਦ ਪਾਇਆ ਗਿਆ। ਜਿਤਨਾ ਚਿਰ ਮਾਤਾ ਜੀ ਬਾਲਕ ਨੂੰ ਗੋਦ ਵਿੱਚ ਲੈ ਕੇ ਪਾਠ ਸੁਣਦੇ, ਉਤਨਾ ਚਿਰ ਤਿਆਰ ਬਰ ਤਿਆਰ ਗ੍ਰੰਥੀ ਸਿੰਘ 35 ਅੰਗ ਹਰ ਰੋਜ਼ ਪਾਠ ਕਰਦਾ। ਸਵੇਰੇ ਪ੍ਰਕਾਸ਼ ਸਮੇਂ 5 ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾਸ ਤੇ ਸੁਖ ਆਸਣ ਵੇਲੇ ਕੀਰਤਨ ਸੋਹਿਲੇ ਦਾ ਪਾਠ ਹੁੰਦਾ। ਇਸ ਤਰ੍ਹਾਂ ਸਾਰਾ ਪਾਠ ਮਰਜ਼ਾਦਾ ਨਾਲ ਹੋਇਆ, ਜਿਸ ਕਰਕੇ ਮਾਤਾ ਜੀ ਦੀ ਗੋਦ ਵਿੱਚ ਦੁੱਧ ਚੁੰਘ ਰਹੇ ਹੋਣਹਾਰ ਬਾਲਕ ਦੀ ਰੂਹ ਭਾਵ ਆਤਮਾ ਗੁਰਬਾਣੀ ਦੇ ਅੰਮ੍ਰਿਤ ਰਸ ਵਿੱਚ
ਸਦਾ ਲਈ ਭਿੱਜ ਗਈ। ਪਾਲਣਾ। ਮਾਤਾ ਜੀ ਆਪਣੇ ਹੋਣਹਾਰ ਸੁਪੁੱਤਰ ਨਾਲ ਅਤ ਦਾ ਲਾਡ ਪਿਆਰ ਕਰਦੇ, ਇਸ਼ਨਾਨ ਕਰਾਉਂਦੇ, ਨਵੇਂ ਜਾਂ ਧੋਤੇ ਸਾਫ਼ ਕੱਪੜੇ ਬਦਲਦੇ, ਸਮੇਂ ਸਿਰ ਦੁੱਧ ਪਿਲਾਉਂਦੇ ਤੇ ਮੰਜੇ ਉੱਪਰ ਬਿਸਤਰਾ ਵਿਛਾ ਕੇ ਸੁਲਾ ਦਿੰਦੇ। ਜਦ ਸੁਘੜ ਬਾਲਕ ਜਾਗਦਾ ਤਾਂ ਹੱਸਦਿਆਂ ਹੋਇਆਂ ਉੱਠਦਾ ਅਤੇ ਮੰਜੇ ਤੇ ਪਿਆ ਹੀ ਖੇਡਣ ਲੱਗ ਪੈਂਦਾ। ਸੁੰਦਰ ਸਰੂਪ ਤੇ ਨਿਰਮਲ ਆਤਮਾ ਪੁੱਤਰ ਨੂੰ ਵੇਖ ਵੇਖ ਮਾਤਾ ਜੀ ਨਿਹਾਲ ਹੁੰਦੇ ਤੇ ਆਪਣੀ ਗੋਦ 'ਚ ਬਿਠਾ ਕੇ ਜਾਂ ਮੰਜੇ ਤੇ ਲਿਟਾ ਕੇ ਬੱਚੇ ਨੂੰ ਗੁਰਬਾਣੀ ਦਾ ਪਾਠ ਸੁਣਾਉਂਦੇ ਰਹਿੰਦੇ। ਨਾਲ ਨਾਲ ਬਾਲਕ ਦੀ ਲੰਬੀ ਉਮਰ, ਕਾਮਯਾਬ ਜੀਵਨ, ਇਖਲਾਕੀ ਬੁਲੰਦੀ ਅਤੇ ਤੇਜ ਪ੍ਰਤਾਪ ਦੇ ਵਾਧੇ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਵੀ ਕਰਦੇ ਰਹਿੰਦੇ। 10 ਮਹੀਨੇ ਦਾ ਹੋਣਹਾਰ ਬਾਲਕ ਤੁਰਨ ਲੱਗ ਪਿਆ। ਮਾਤਾ ਜੀ ਦੀ ਉਂਗਲ ਨਾਲ ਸਾਰੇ ਵਿਹੜੇ ਵਿੱਚ ਤੁਰਦਾ। 11ਵੇਂ ਮਹੀਨੇ ਮਾਤਾ ਜੀ ਦੀ ਉਂਗਲ ਤੋਂ ਬਿਨਾਂ ਤੁਰਦਾ ਭੱਜਦਾ ਵੇਖ ਕੇ ਮਾਂ ਦੀ ਖੁਸ਼ੀ ਵਾਲੀ ਹੱਦ ਨਾ ਰਹੀ। ਆਪਣੇ ਵੱਡੇ ਭਰਾ ਦੀ ਉਂਗਲ ਫੜ ਕੇ ਬਾਹਰ ਵੀ ਜਾ ਆਉਂਦੇ। ਪਿਤਾ ਜੀ ਫੌਜ ਵਿੱਚ ਗ੍ਰੰਥੀ ਦੀ ਡਿਊਟੀ ਤੇ ਸਨ। ਮਾਤਾ ਜੀ ਨੇ ਸਾਰੇ ਪਰਿਵਾਰ ਨਾਲ ਮਿਲ ਕੇ ਆਪਣੇ ਹੋਣਹਾਰ ਸੁਪੁੱਤਰ ਦੀ ਪਹਿਲੀ ਵਰ੍ਹੇਗੰਢ ਫੱਗਣ ਦੀ ਸੰਗਰਾਂਦ ਸੰਮਤ 1960 ਨੂੰ ਘਰ ਸੰਗਤ ਦਾ ਲੰਗਰ ਕਰਕੇ ਤੇ ਅਰਦਾਸਾਂ ਕਰਕੇ ਮਨਾਈ। ਮਾਤਾ ਸਮੇਤ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ। ਕੜਾਹ ਪ੍ਰਸ਼ਾਦ ਦੀ ਦੇਗ ਕਰਾਈ। ਤਾਇਆ ਬਾਬਾ ਕਾਹਨ ਸਿੰਘ ਜੀ ਨੇ ਕੀਰਤਨ ਕੀਤਾ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜਹੁ ਜਗਦੀਸ਼ ਰਹਾਓ ਵਾਲਾ ਸ਼ਬਦ ਪੜ੍ਹ ਕੇ ਅਰਦਾਸ ਕੀਤੀ। ਦੂਜਾ ਸਾਲ ਸਨ 1903 ਈਸਵੀ। ਮਾਤਾ ਜੀ ਦਾ ਦੇਹਾਂਤ। 13 ਮਹੀਨੇ ਦੀ ਉਮਰ ਤੱਕ ਮਾਤਾ ਜੀ ਨੇ ਆਪਣੇ ਸ਼ਾਂਤ ਚਿੱਤ ਸੁਪੁੱਤਰ ਨਾਲ ਰੱਜ ਰੱਜ ਕੇ ਪਿਆਰ ਕੀਤਾ ਤੇ ਮਾਵਾਂ ਵਾਲੇ ਸਾਰੇ ਫਰਜ਼ ਪੂਰੇ ਕੀਤੇ। ਪਰ ਮਾਤਾ ਜੀ ਨੂੰ ਆਪਣੇ ਸੁੰਦਰ ਸਪੂਤ ਦੇ ਸੁੰਦਰ ਜਾਹੋ ਜਲਾਲ ਅਤੇ ਤੇਜ ਪ੍ਰਤਾਪ ਨੂੰ ਦੇਖਣਾ ਭਾਗਾਂ ਵਿੱਚ ਨਹੀਂ ਸੀ। ਸੰਮਤ 1960 ਬਿਕਰਮੀ ਚੇਤਰ ਦੇ ਮਹੀਨੇ ਪਲੇਗ ਦੀ ਬਿਮਾਰੀ ਕਾਰਨ ਸਤਿਕਾਰਯੋਗ ਮਾਤਾ ਜੀ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ, ਸੱਦੇ ਉੱਠੀ ਜਾਹੇ। ਦੇ ਹੁਕਮ ਅਨੁਸਾਰ ਸਦਾ ਲਈ ਵਿਛੋੜਾ ਦੇ ਗਏ। ਪਰਿਵਾਰ ਵਿੱਚ ਇਸ ਨਾ ਪੂਰੀ ਹੋਣ ਵਾਲੀ ਘਾਟ ਨੂੰ ਬੜੇ ਦੁਖਿਤ ਹਿਰਦੇ ਨਾਲ ਬਰਦਾਸ਼ਤ ਕੀਤਾ ਗਿਆ। ਅੰਤਮ ਸੰਸਕਾਰ ਗੁਰਮਰਜ਼ਾਦਾ ਨਾਲ ਕੀਤਾ। ਪਿਤਾ ਜੀ ਨੂੰ ਬਰਮਾ ਫੌਜ ਵਿੱਚ ਤਾਰ ਪਾ ਕੇ ਦੱਸ ਦਿੱਤਾ ਗਿਆ। ਪਿਤਾ ਜੀ 2 ਹਫ਼ਤੇ ਦੀ ਛੁੱਟੀ ਲੈ ਕੇ ਘਰ ਆ ਗਏ। ਪ੍ਰਭੂ ਦਾ ਅਮੇਟ ਭਾਣਾ ਸਮਝ ਕੇ ਮਾਤਾ ਜੀ ਨਿਮਿਤ ਸ੍ਰੀ ਸਹਿਜ ਪਾਠ ਘਰ ਆਰੰਭ ਕੀਤਾ ਗਿਆ, ਜਿਸ ਦਾ ਭੋਗ ਦੁਸਹਿਰੇ ਵਾਲੇ ਦਿਨ ਪਾਇਆ ਗਿਆ। ਕੀਰਤਨ ਕਰਵਾਉਣ ਉਪਰੰਤ ਸਾਰੀ ਸੰਗਤ ਵੱਲੋਂ ਮਾਤਾ ਜੀ ਦੀ ਆਤਮਿਕ ਸ਼ਾਂਤੀ ਅਤੇ ਕਲਿਆਣ ਅਰਥ ਅਰਦਾਸ ਕੀਤੀ ਗਈ ਅਤੇ ਪ੍ਰਸ਼ਾਦ ਵਰਤਾਇਆ ਗਿਆ। ਸੰਗਤ ਨੂੰ ਗੁਰੂ ਕਾ ਲੰਗਰ ਛਕਾਇਆ। ਚਿਖਾ ਦੀ ਸਾਰੀ ਰਾਖ ਬੋਰੀ ਵਿੱਚ ਪਾ ਕੇ ਸ੍ਰੀ ਕੀਰਤਪੁਰ ਜਲ ਪ੍ਰਵਾਹ ਕਰ ਦਿੱਤੀ ਗਈ। ਦਾਦੀ ਜੀ ਤੇ ਭੂਆ ਜੀ ਵੱਲੋਂ ਪਾਲਣਾ। ਮਾਤਾ ਜੀ ਦੇ ਦੇਹਾਂਤ ਸਮੇਂ ਪੂਜਨੀਕ ਦਾਦੀ ਜੀ ਅਜੇ ਜਿਉਂਦੇ ਸਨ। ਇਸ ਲਈ ਉਹਨਾਂ ਨੇ ਬਾਲਕ ਨੂੰ ਮਾਂ ਦੇ ਪਿਆਰ ਦੀ ਘਾਟ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਮਾਤਾ ਜੀ ਵਾਂਗ ਹੀ ਪਾਲਦੇ ਤੇ ਪਿਆਰ ਨਾਲ ਲਾਡ ਲਡਾਉਂਦੇ ਰਹੇ। ਉਹਨਾਂ ਦਿਨਾਂ ਵਿੱਚ ਦਾਦੀ ਜੀ ਦੇ ਨਾਲ ਭੂਆ ਜੀ ਵੀ ਆਪਣੇ ਪੁੱਤਰਾਂ ਵਾਂਗ ਲਾਡ ਪਿਆਰ ਨਾਲ ਪਾਲਣਾ ਕਰਨ ਵਿੱਚ ਮਦਦ ਕਰਦੇ ਰਹੇ। ਦਾਦੀ ਬੱਚੇ ਦਾ ਇਸ਼ਨਾਨ ਕਰਾ ਕੇ ਕਦੇ ਗੋਦ ਵਿੱਚ ਕਦੇ ਮੰਜੇ ਤੇ ਪਾ ਕੇ ਹਰ ਰੋਜ਼ ਸਾਰੀ 5 ਗ੍ਰੰਥੀ ਦਾ ਪਾਠ ਕੰਠੋਂ ਸੁਣਾਇਆ ਕਰਦੀ। ਦਾਦੀ ਜੀ ਤੇ ਭੂਆ ਜੀ ਵੱਲੋਂ ਪਾਲਣਾ। ਮਾਤਾ ਜੀ ਦੇ ਦੇਹਾਂਤ ਸਮੇਂ
ਪੂਜਨੀਕ ਦਾਦੀ ਜੀ ਅਜੇ ਜਿਉਂਦੇ ਸਨ। ਇਸ ਲਈ ਉਹਨਾਂ ਨੇ ਬਾਲਕ ਨੂੰ ਮਾਂ ਦੇ ਪਿਆਰ ਦੀ ਘਾਟ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਮਾਤਾ ਜੀ ਵਾਂਗ ਹੀ ਪਾਲਦੇ ਤੇ ਪਿਆਰ ਨਾਲ ਲਾਡ ਲਡਾਉਂਦੇ ਰਹੇ। ਉਹਨਾਂ ਦਿਨਾਂ ਵਿੱਚ ਦਾਦੀ ਜੀ ਦੇ ਨਾਲ ਭੂਆ ਜੀ ਵੀ ਆਪਣੇ ਪੁੱਤਰਾਂ ਵਾਂਗ ਲਾਡ ਪਿਆਰ ਨਾਲ ਪਾਲਣਾ ਕਰਨ ਵਿੱਚ ਮਦਦ ਕਰਦੇ ਰਹੇ। ਦਾਦੀ ਬੱਚੇ ਦਾ ਇਸ਼ਨਾਨ ਕਰਾ ਕੇ ਕਦੇ ਗੋਦ ਵਿੱਚ ਕਦੇ ਮੰਜੇ ਤੇ ਪਾ ਕੇ ਹਰ ਰੋਜ਼ ਸਾਰੀ 5 ਗ੍ਰੰਥੀ ਦਾ ਪਾਠ ਕੰਠੋ ਸੁਣਾਇਆ ਕਰਦੀ। ਬਾਲਕ ਵਿਹੜੇ ਵਿੱਚ ਅਤੇ ਕਦੇ ਕਦੇ ਬਾਹਰ ਵੀ ਖੇਡ ਆਉਂਦਾ। ਤੀਜਾ, ਚੌਥਾ ਅਤੇ ਪੰਜਵਾਂ ਸਾਲ ਸਨ 1904 ਤੋਂ 1906 ਈਸਵੀ। ਬਚਪਨ। ਬਾਲਕ ਦਾ ਸੁਭਾਅ ਛੋਟੀ ਉਮਰ ਤੋਂ ਹੀ ਸ਼ਾਂਤ, ਧੀਰਜ, ਸੰਤੋਖ, ਨਰਮ ਤੇ ਪਿਆਰ ਵਾਲਾ ਸੀ। ਵੱਲ ਛਲ ਜਾਂ ਚੰਚਲਤਾਈ ਦਾ ਬਿਲਕੁਲ ਹੀ ਅਭਾਵ ਸੀ। ਹਰ ਵਕਤ ਖਿੜੇ ਰਹਿਣਾ, ਹਰ ਇੱਕ ਨੂੰ ਹੱਸ ਕੇ ਮਿਲਣਾ, ਗੁੱਸੇ ਤੇ ਨਾਰਾਜ਼ਗੀ ਨੂੰ ਕੋਲ ਫਟਕਣ ਨਾ ਦੇਣਾ, ਸਦਾ ਬੇਫਿਕਰ ਤੇ ਮਸਤ ਰਹਿਣਾ। ਬਾਲ ਉਮਰ ਵਿੱਚ ਹੀ ਆਪ ਪੀੜੀ ਉੱਪਰ ਰੁਮਾਲਾ ਪਾ ਕੇ ਮੋਰ ਦੇ ਖੰਭਾਂ ਦਾ ਚੌਰ ਬਣਾ ਕੇ ਕਹਿੰਦੇ ਕਿ ਇਹ ਸਾਡਾ ਬਾਬਾ ਹੈ। ਫਿਰ ਘਰੋਂ ਗੁੜ ਲੈ ਜਾ ਕੇ ਨਾਲ ਦੇ ਬੱਚਿਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਦੇ। ਕਈ ਵਾਰ ਬੱਚਿਆਂ ਤੋਂ ਅੱਖਾਂ ਮਿਟਾ ਕੇ ਸੁਰਤ ਜੋੜ ਕੇ ਵਾਹਿਗੁਰੂ ਜੀ ਦਾ ਜਾਪ ਕਰਾਉਂਦੇ ਰਹਿੰਦੇ। ਲੋਕ ਕਈ ਵਾਰ ਐਸੇ ਕੌਤਕਾਂ ਨੂੰ ਦੇਖ ਕੇ ਹੈਰਾਨ ਵੀ ਹੁੰਦੇ ਅਤੇ ਅਨੁਮਾਨ ਲਗਾਉਂਦੇ ਕਿ ਇਹ ਵੱਡਾ ਹੋ ਕੇ ਮਹਾਨ ਪੁਰਖ ਬਣੇਗਾ। ਬਾਲ ਉਮਰ ਵਿੱਚ ਆਪ ਜੀ ਦਾ ਸਰੀਰ ਪਤਲਾ ਤੇ ਫੁਰਤੀਲਾ ਸੀ। ਨਾ ਤਾਂ ਆਪ ਬਹੁਤਾ ਖੇਡਦੇ, ਨਾ ਹੀ ਬਹੁਤਾ ਬੋਲਦੇ, ਸਗੋਂ ਮਸਤ ਸੁਭਾਅ ਅਤੇ ਵੈਰਾਗ ਵਿੱਚ ਰਹਿੰਦੇ ਸਨ। ਉਸ ਵੇਲੇ ਕਿਸੇ ਨੂੰ ਕੀ ਪਤਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਸਿੱਖ ਕੌਮ ਦਾ ਚਮਕਦਾ ਸਿਤਾਰਾ ਬਣੇਗਾ। ਤੁਰਦੀ ਫਿਰਦੀ ਯੂਨੀਵਰਸਿਟੀ ਦੇ ਰੂਪ ਵਿੱਚ ਸਿੰਘਾਂ ਦੀ ਜਮਾਤ ਨਾਲ ਲੈ ਕੇ ਐਸੀ ਬ੍ਰਹਮ ਵਿਦਿਆ ਦੀ ਦਾਤ ਦੇਵੇਗਾ ਜੋ ਅੱਜ ਤੱਕ ਕੋਈ ਹੋਰ ਨਹੀਂ ਦੇ ਸਕਿਆ। ਆਪ ਦੀ ਉਮਰ ਹੁਣ 5 ਸਾਲ ਦੀ ਹੋ ਗਈ ਸੀ। 7ਵਾਂ ਸਾਲ ਸਨ 1908 ਈਸਵੀ। ਅਰਥ ਵਿਦਿਆ। ਪਿਛਲੇ ਜਨਮਾਂ ਦੇ ਸੰਸਕਾਰ ਅਨੁਸਾਰ ਤੀਖਣ ਬੁੱਧੀ ਨਾਲ ਸੰਥਾ ਪਾਠ ਪੂਰਾ ਹੋਣ ਤੱਕ ਚੰਗੇ ਅਖੰਡ ਪਾਠੀ ਬਣ ਗਏ। 7ਵਾਂ ਜਨਮ ਦਿਨ ਮਨਾਉਣ ਵਾਸਤੇ ਪਿਤਾ ਜੀ 2 ਮਹੀਨੇ ਦੀ ਛੁੱਟੀ ਲੈ ਕੇ ਘਰ ਆਏ। ਘਰ ਵਿੱਚ ਸ੍ਰੀ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ। ਪਾਠੀ ਸਿੰਘ ਬਾਬਾ ਕਾਹਨ ਸਿੰਘ ਜੀ ਤੋਂ ਪੜ੍ਹੇ ਹੋਏ ਸਨ। ਨੰਬਰ 1 ਭਾਈ ਤਾਰਾ ਸਿੰਘ, ਦੂਸਰੇ ਭਾਈ ਹਜ਼ਾਰਾ ਸਿੰਘ ਜੀ, ਤੀਸਰੇ ਬਾਲਕ ਰੂਪ ਗੁਰਬਚਨ ਸਿੰਘ ਜੀ ਅਤੇ ਬਾਬਾ ਜੀ ਦੇ 2 ਹੋਰ ਵਿਦਿਆਰਥੀ ਪਾਠੀਆਂ ਵਿੱਚ ਸ਼ਾਮਲ ਸਨ। ਦਾਦੀ ਮਾਤਾ ਰਾਜ ਕੌਰ ਜੀ ਆਪਣੇ ਦੋਹਾਂ ਪੋਤਰਿਆਂ ਨੂੰ ਸ੍ਰੀ ਅਖੰਡ ਪਾਠ ਕਰਦਿਆਂ ਵੇਖ ਕੇ ਲੱਖ ਲੱਖ ਵਾਰ ਗੁਰੂ ਦਾ ਸ਼ੁਕਰਾਨਾ ਕਰ ਰਹੇ ਸਨ। ਪਰਿਵਾਰ ਨੇ ਰੱਜ ਕੇ ਸੰਗਤਾਂ ਦੀ ਲੰਗਰ ਨਾਲ ਸੇਵਾ ਕੀਤੀ। ਫੱਗਣ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਕੀਰਤਨ ਬਾਬਾ ਕਾਹਨ ਸਿੰਘ ਜੀ ਨੇ ਕੀਤਾ, ਜਿਸ ਵਿੱਚ ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰਾਓ ਤੁਮ ਕੋ ਹਰ ਹਰ, ਸਦਾ ਭਜਹੁ ਜਗਦੀਸ਼ ਰਹਾਓ, ਲੱਖ ਖੁਸ਼ੀਆਂ ਪਾਤ ਸਾਹੀਆ, ਜੇ ਸਤਿਗੁਰ ਨਦਰ ਕਰੇ। ਇਤਿਆਦਿਕ ਸ਼ਬਦ ਪੜ੍ਹੇ। ਸਾਰੇ ਪਰਿਵਾਰ ਨੇ ਬਾਲਕ ਦਾ 7ਵਾਂ ਜਨਮ ਦਿਨ ਚਾਵਾਂ ਤੇ ਮਲਹਾਰਾਂ ਨਾਲ ਮਨਾਇਆ। ਬਾਲਕ ਗੁਰਬਚਨ ਸਿੰਘ, ਭਾਈ ਹਜ਼ਾਰਾ ਸਿੰਘ, ਗੁਆਂਢੀ ਭਾਈ ਤਾਰਾ ਸਿੰਘ ਇਕੱਠੇ ਨਿਤਨੇਮ ਕਰਦੇ, ਇਕੱਠੇ ਖੇਡਦੇ। ਤਾਇਆ ਜੀ ਨੇ ਬਾਲਕ ਨੂੰ ਗੁਰਬਾਣੀ ਦੇ ਡੂੰਘੇ ਅਰਥਾਂ ਨੂੰ ਸਮਝਣ ਵਿਚਾਰਨ ਲਈ ਹੋਰ ਗ੍ਰੰਥ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ ਸਵਈਏ, ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਪ੍ਰਬੋਧ ਚੰਦਰ ਨਾਟਕ ਆਦਿ ਵੀ ਪੜ੍ਹਾਏ। 8ਵਾਂ ਸਾਲ ਸਨ 1909 ਈਸਵੀ। ਦਾਦੀ ਜੀ ਦਾ ਦੇਹਾਂਤ। ਸਨ 1909 ਈਸਵੀ ਮਾਰਚ ਮਹੀਨੇ ਦੀ ਆਰੰਭਤਾ ਹੋਈ ਹੀ ਸੀ ਕਿ ਸਤਿਕਾਰ ਯੋਗ
ਦਾਦੀ ਮਾਤਾ ਰਾਜ ਕੌਰ ਜੀ ਨੇ ਬੁੱਧਵਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੰਜ ਗ੍ਰੰਥੀ ਦਾ ਸਾਰਾ ਨਿਤਨੇਮ ਕੰਠੋਂ ਆਪ ਕਰਕੇ ਅਰਦਾਸ ਕਰਕੇ ਦੋਨਾਂ ਪੁੱਤਰਾਂ ਬਾਬਾ ਕਾਹਨ ਸਿੰਘ ਅਤੇ ਫੌਜੀ ਗਿਆਨੀ ਰੂੜ ਸਿੰਘ ਨੂੰ ਬੁਲਾਇਆ। ਸਾਰਾ ਪਰਿਵਾਰ ਇਕੱਠਾ ਵੇਖ ਕੇ ਮਾਤਾ ਜੀ ਨੇ ਬਚਨ ਕੀਤੇ, ਪਰਿਵਾਰ ਜੀ, ਜਿਤਨੀ ਪਰਮੇਸ਼ਵਰ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਪੂਰੀ ਹੋ ਗਈ ਹੈ। ਹੁਣ ਆਗਿਆ ਦਿਓ। ਪੋਤਰੇ ਗੁਰਬਚਨ ਸਿੰਘ, ਤੂੰ ਹੁਣ ਮੈਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਾ। ਬਾਲਕ ਨੇ ਦਾਦੀ ਦੀ ਆਗਿਆ ਅਨੁਸਾਰ ਟਿਕੇ ਮਨ ਨਾਲ ਪਾਠ ਸੁਣਾਇਆ। ਮਾਤਾ ਜੀ ਦਾ ਸਰੀਰ ਕਮਜ਼ੋਰ ਸੀ। ਮੰਜੇ ਤੇ ਪਿਆ ਹੀ ਬਾਲਕ ਤੋਂ ਅਰਦਾਸ ਸੁਣੀ ਅਤੇ ਆਪ 5 ਵਾਰ ਮੂਲ ਮੰਤਰ ਦਾ ਪਾਠ ਕੀਤਾ। ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਅਤੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਵਾਹਿਗੁਰੂ ਜੀ ਦਾ ਹੀ ਰੂਪ ਹੋ ਗਏ। ਜਥਾ ਗੁਰਮੁਖ ਸੱਦੇ ਜਾਨ ਆਵਨ ਕੱਲਿਆ। ਭੂਆ ਜੀ ਕੋਲ ਕਿਸ਼ਨਪੁਰੇ। ਸਨ 1909 ਮਾਰਚ ਦੇ ਅਖੀਰ ਵਿੱਚ ਬਾਲਕ ਆਪਣੀ ਭੂਆ ਨਾਲ ਪਿੰਡ ਕਿਸ਼ਨਪੁਰੇ ਆ ਗਿਆ। ਭੂਆ ਆਪਣੇ ਪੁੱਤਰਾਂ ਨਾਲੋਂ ਭਤੀਜੇ ਨਾਲ ਵੱਧ ਪਿਆਰ ਕਰਦੀ ਸੀ। ਭੂਆ ਜੀ ਅਤੇ ਫੁੱਫੜ ਬਾਬਾ ਨਿਧਾਨ ਸਿੰਘ ਜੀ ਬਾਲਕ ਗੁਰਬਚਨ ਸਿੰਘ ਨੂੰ ਵੇਖ ਵੇਖ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਸਨ। ਪਿੰਡ ਕਿਸ਼ਨਪੁਰੇ ਸੋਹਣੀ ਪੜ੍ਹਾਈ ਵਾਲੇ ਸਕੂਲ ਦਾ ਪ੍ਰਬੰਧ ਕਰਕੇ ਬਾਲਕ ਗੁਰਬਚਨ ਸਿੰਘ ਨੂੰ ਗੁਰਦੁਆਰੇ ਅਰਦਾਸ ਕਰਕੇ ਸਕੂਲ ਦੀ ਪੜ੍ਹਾਈ ਸ਼ੁਰੂ ਕਰਾ ਦਿੱਤੀ। ਸਕੂਲ ਵਿੱਚ ਉਰਦੂ ਪੜ੍ਹਾਉਂਦੇ ਸਨ। ਲਾਲ ਦਾਸ ਮਹੰਤ ਪਾਸ ਹਿੰਦੀ ਪੜ੍ਹਨੀ। ਪਿੰਡ ਦੇ ਚੜ੍ਹਦੇ ਦੀ ਤਰਫ ਉਦਾਸੀ ਮਹਾਤਮਾ ਦਾ ਡੇਰਾ ਸੀ। ਉਸ ਡੇਰੇ ਦੇ ਮਹੰਤ ਲਾਲ ਦਾਸ ਜੀ ਬੜੇ ਹੀ ਗੁਰਮੁਖ ਤੇ ਵਿਦਵਾਨ ਸਾਧੂ ਸਨ। ਸਕੂਲ ਦੇ ਲਾਗੇ ਹੀ ਡੇਰਾ ਸੀ। ਬਾਲਕ ਗੁਰਬਚਨ ਸਿੰਘ ਸਕੂਲੇ ਪੜ੍ਹਨ ਤੋਂ ਬਾਅਦ ਡੇਰੇ ਜਾਣ ਲੱਗ ਪਿਆ। ਮਹਾਤਮਾ ਬਾਲਕ ਨੂੰ ਅਖੰਡ ਪਾਠੀ ਬਣਿਆ ਸੁਣ ਕੇ ਬਹੁਤ ਖੁਸ਼ ਹੋਏ। ਬਾਬਾ ਨਿਧਾਨ ਸਿੰਘ ਜੀ ਨੂੰ ਮਿਲ ਕੇ ਮਹੰਤ ਜੀ ਕਹਿਣ ਲੱਗੇ, ਨਿਧਾਨ ਸਿੰਘ ਜੀ, ਜੋ ਬਾਲਕ ਪਿੰਡ ਅਖਾੜੇ ਤੋਂ ਤੁਹਾਡਾ ਰਿਸ਼ਤੇਦਾਰ ਹੈ, ਛੋਟੀ ਉਮਰ ਵਿੱਚ ਹੀ ਪਾਠ ਬਹੁਤ ਸ਼ੁੱਧ ਕਰਦਾ ਹੈ। ਮੇਰੇ ਮਨ ਦੀ ਇੱਛਾ ਹੈ ਕਿ ਸਕੂਲ ਦੀ ਨੌਵਾਂ ਸਾਲ ਸਨ 1910 ਈਸਵੀ ਹਿੰਦੂ ਮਤ ਦੇ ਗ੍ਰੰਥ ਪੜ੍ਹਨੇ। ਜਿੱਥੇ ਬਾਲਕ ਸਕੂਲੀ ਵਿੱਦਿਆ ਬੜੀ ਲਗਨ ਨਾਲ ਪੜ੍ਹਦਾ, ਉਥੇ ਡੇਰੇ ਜਾ ਕੇ ਮਹੰਤ ਪਾਸ ਹਿੰਦੀ ਸੰਸਕ੍ਰਿਤ ਦੀ ਪੜ੍ਹਾਈ ਵੀ ਬੜੀ ਯੋਗਤਾ ਨਾਲ ਪੜ੍ਹਨੀ ਸ਼ੁਰੂ ਕਰ ਦਿੱਤੀ। ਡੇਰੇ ਵਿੱਚ ਸ੍ਰੀ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠਾਂ ਵਿੱਚ ਬਾਲਕ ਗੁਰਬਚਨ ਸਿੰਘ ਜੀ ਨੇ ਬੜੀ ਸ਼ਰਧਾ ਪ੍ਰੇਮ ਨਾਲ ਡਿਊਟੀਆਂ ਲਾਉਣੀਆਂ। ਪਾਠ ਬਹੁਤ ਸ਼ੁੱਧ ਤੇ ਸਰਲ ਸੀ। ਆਵਾਜ਼ ਵਿੱਚ ਵੀ ਮਿਕਨਾਤੀਸੀ ਕਸ਼ਿਸ਼ ਸੀ। ਮਹੰਤ ਜੀ ਅਤੇ ਡੇਰੇ ਦੇ ਹੋਰ ਸਾਧੂ ਤੇ ਸ਼ਰਧਾਲੂ ਸੁਣ ਸੁਣ ਕੇ ਬਹੁਤ ਖੁਸ਼ ਹੁੰਦੇ। ਸਕੂਲ ਦੀ ਉਰਦੂ ਦੀ ਦੂਜੀ ਕਲਾਸ ਪਹਿਲੇ ਨੰਬਰ ਤੇ ਪਾਸ ਕੀਤੀ। ਡੇਰੇ ਵਿੱਚ ਵੀ ਪ੍ਰਬੋਧ ਚੰਦਰ ਨਾਟਕ ਅਰਥਾਂ ਨਾਲ ਪੜ੍ਹ ਲਿਆ। ਲਾਲ ਦਾਸ ਮਹੰਤ ਪਾਸ ਹਿੰਦੀ ਪੜ੍ਹਨੀ। ਪਿੰਡ ਦੇ ਚੜ੍ਹਦੇ ਦੀ ਤਰਫ ਉਦਾਸੀ ਮਹਾਤਮਾ ਦਾ ਡੇਰਾ ਸੀ। ਉਸ ਡੇਰੇ ਦੇ ਮਹੰਤ ਲਾਲ ਦਾਸ ਜੀ ਬੜੇ ਹੀ ਗੁਰਮੁਖ ਤੇ ਵਿਦਵਾਨ ਸਾਧੂ ਸਨ। ਸਕੂਲ ਦੇ ਲਾਗੇ ਹੀ ਡੇਰਾ ਸੀ। ਬਾਲਕ ਗੁਰਬਚਨ ਸਿੰਘ ਸਕੂਲੇ ਪੜ੍ਹਨ ਤੋਂ ਬਾਅਦ ਡੇਰੇ ਜਾਣ ਲੱਗ ਪਿਆ। ਮਹਾਤਮਾ ਬਾਲਕ ਨੂੰ ਅਖੰਡ ਪਾਠੀ ਬਣਿਆ ਸੁਣ ਕੇ ਬਹੁਤ ਖੁਸ਼ ਹੋਏ। ਬਾਬਾ ਨਿਧਾਨ ਸਿੰਘ ਜੀ ਨੂੰ ਮਿਲ ਕੇ ਮਹੰਤ ਜੀ ਕਹਿਣ ਲੱਗੇ, ਨਿਧਾਨ ਸਿੰਘ ਜੀ, ਜੋ ਬਾਲਕ ਪਿੰਡ ਅਖਾੜੇ ਤੋਂ ਤੁਹਾਡਾ ਰਿਸ਼ਤੇਦਾਰ ਹੈ, ਛੋਟੀ ਉਮਰ ਵਿੱਚ ਹੀ ਪਾਠ ਬਹੁਤ ਸ਼ੁੱਧ ਕਰਦਾ ਹੈ। ਮੇਰੇ ਮਨ ਦੀ ਇੱਛਾ ਹੈ ਕਿ ਸਕੂਲ ਤੋਂ ਬਾਅਦ ਮੇਰੇ ਕੋਲੋਂ ਹਿੰਦੀ ਪੜ੍ਹੇ। ਜੇ ਉਹ ਪੜ੍ਹਨਾ ਚਾਹੇ ਤਾਂ ਮੈਂ ਪੜ੍ਹਾਵਾਂਗਾ। ਇਹ ਬਾਲਕ ਆਮ ਬਾਲਕਾਂ ਵਾਂਗ ਨਹੀਂ, ਇਸ ਦੀ ਤੁਰਨੀ ਫਿਰਨੀ, ਬੋਲਣਾ ਚਾਲਣਾ
ਨਿਰੰਕਾਰ ਦੇ ਬਖਸ਼ੇ ਲਖਣਾ ਵਰਗੇ ਹਨ। ਇਹ ਸੁਣ ਕੇ ਬਾਬਾ ਨਿਧਾਨ ਸਿੰਘ ਜੀ ਬਹੁਤ ਖੁਸ਼ ਹੋਏ। ਘਰ ਸੁਨੇਹਾ ਭੇਜ ਕੇ ਸਕੂਲੋਂ ਬਾਲਕ ਨੂੰ ਨਾਲ ਲੈ ਕੇ ਮਹੰਤ ਜੀ ਪਾਸ ਚਲੇ ਗਏ। ਗੁੜ ਦੀ ਭੇਲੀ ਅਤੇ ਕੱਪੜਾ ਭਾਵ ਰੇਜਾ ਲੈ ਕੇ ਭੂਆ ਵੀ ਡੇਰੇ ਪੁੱਜ ਗਈ। ਮਹੰਤ ਜੀ ਨੇ ਬਾਲਕ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ ਅਰਦਾਸ ਕੀਤੀ। ਉਪਰੰਤ ਸ੍ਰੀ ਮੁਖਵਾਕ ਸੁਣਿਆ ਅਤੇ ਮਹੰਤ ਨੇ ਹਿੰਦੀ ਦੇ 52 ਅੱਖਰ ਲਿਖ ਕੇ ਬਾਲਕ ਨੂੰ ਦਿੱਤੇ। ਬਾਲਕ ਨੇ ਆਪਣੀ ਤੀਖਣ ਬੁੱਧੀ ਸਦਕਾ ਥੋੜੇ ਹੀ ਸਮੇਂ ਵਿੱਚ ਹਿੰਦੀ ਦਾ ਬਾਲ ਬੋਧ ਪੜ੍ਹ ਲਿਆ। ਸਕੂਲ ਵਿੱਚ ਵੀ ਪਹਿਲੀ ਜਮਾਤ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ। 10ਵਾਂ ਸਾਲ ਸਨ 1911 ਈਸਵੀ, ਤੀਜੀ ਕਲਾਸ ਪਾਸ ਕਰਨੀ। ਭੂਆ ਸਾਹਿਬ ਕੌਰ ਅਤੇ ਫੁੱਫੜ ਨਿਧਾਨ ਸਿੰਘ ਜੀ ਦੋਨੋਂ ਅੰਮ੍ਰਿਤਧਾਰੀ, ਗੁਰਬਾਣੀ ਦੇ ਨਿਤਨੇਮੀ, ਰਹਿਤ ਵਿੱਚ ਪਰਪੱਕ ਅਤੇ ਸਾਧੂ ਸੇਵੀ ਸਨ। 10 ਨੌਹਾਂ ਤੇ ਧਰਮ ਦੀ ਕਿਰਤ ਕਰਨ ਵਾਲੇ ਸਨ। ਇਹਨਾਂ ਦੇ ਘਰ ਸਤਿਗੁਰਾਂ ਨੇ 2 ਪੁੱਤਰ ਭਗਤ ਸਿੰਘ ਤੇ ਸਰਵਣ ਸਿੰਘ ਬਖਸ਼ੇ, ਜੋ ਛੋਟੀ ਉਮਰ ਵਿੱਚ ਹੀ ਸਰੀਰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ। ਉਹ ਦੋਨਾਂ ਪੁੱਤਰਾਂ ਦਾ ਪਿਆਰ ਐਸ ਵੇਲੇ ਭਤੀਜੇ ਤੋਂ ਹੀ ਪ੍ਰਾਪਤ ਕਰਦੇ ਸਨ। ਬਾਲਕ ਰੂਪ ਗੁਰਬਚਨ ਸਿੰਘ ਜੀ ਨੂੰ ਹਰ ਰੋਜ਼ ਸਕੂਲ ਤਿਆਰ ਕਰਕੇ ਭੇਜਣਾ, ਫਿਰ ਡੇਰੇ ਮਹੰਤ ਕੋਲ ਲੈ ਕੇ ਜਾਣਾ। ਮਹੰਤ ਲਾਲ ਦਾਸ ਜੀ ਦਾ ਬਾਬਾ ਨਿਧਾਨ ਸਿੰਘ ਨਾਲ ਬਹੁਤ ਪਿਆਰ ਸੀ। ਮਹੰਤ ਨੇ ਬਾਲਕ ਨੂੰ ਤੁਲਸੀ ਰਾਮਾਇਣ ਹਿੰਦੀ ਵਿੱਚ ਅਰਥਾਂ ਸਮੇਤ ਪੜ੍ਹਾਈ। ਪਾਠਾਂ ਵਿੱਚ ਡਿਊਟੀਆਂ ਵੀ ਲਾਉਂਦੇ। ਸਕੂਲ ਦਾ ਮੁਸਲਮਾਨ ਹੈੱਡਮਾਸਟਰ ਬਰਕਤ ਅਲੀ ਇੱਕ ਦਿਨ ਬਾਬਾ ਨਿਧਾਨ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਾ, ਨਿਧਾਨ ਸਿੰਘ ਜੀ, ਇਹ ਜੋ ਬਾਲਕ ਗੁਰਬਚਨ ਸਿੰਘ ਜੀ ਹੈ, ਮੈਂ 3 ਕੁ ਸਾਲ ਤੋਂ ਹੀ ਦੇਖ ਰਿਹਾ ਹਾਂ ਕਿ ਕਲਾਸਾਂ ਵਿੱਚ ਬਹੁਤ ਘੱਟ ਬੋਲਦਾ ਹੈ। ਕਦੀ ਦੂਸਰੇ ਬਾਲਕਾਂ ਵਾਂਗ ਸ਼ਰਾਰਤ ਨਹੀਂ ਕਰਦਾ। ਉਮਰ ਛੋਟੀ ਲੱਗਦੀ ਹੈ ਪਰ ਬੋਲ ਚਾਲ ਸਿਆਣਿਆਂ ਵਰਗੀ ਹੈ। ਚਿਹਰੇ ਵੱਲੋਂ ਨਿਰਾ ਅੱਲਾਹ ਤਾਲਾ ਦਾ ਨੂਰ ਲੱਗਦਾ ਹੈ। ਜਿਸ ਦਿਨ ਤੋਂ ਇਹ ਬੱਚਾ ਸਕੂਲ ਵਿੱਚ ਪੜ੍ਹਨ ਆਇਆ ਹੈ, ਇਸ ਸਕੂਲ ਵਿੱਚ ਬੜੀ ਬਰਕਤ ਪੈ ਰਹੀ ਹੈ। ਮੇਰਾ ਸਾਰਾ ਸਟਾਫ ਅਤੇ ਸਾਰੇ ਸਕੂਲ ਦੇ ਬੱਚੇ ਇਸ ਬਾਲਕ ਨਾਲ ਹੱਦ ਤੋਂ ਵੱਧ ਪਿਆਰ ਕਰਦੇ ਹਨ। ਇਹ ਦਿੱਤਾ ਸਬਕ ਐਉਂ ਸੁਣਾ ਦਿੰਦਾ ਹੈ ਜਿਸ ਤਰ੍ਹਾਂ ਪਹਿਲਾਂ ਹੀ ਪੜ੍ਹਿਆ ਹੋਇਆ ਹੋਵੇ। ਆਪ ਇਮਤਿਹਾਨ ਸਮੇਂ ਤੀਜੀ ਕਲਾਸ ਵਿੱਚ ਵੀ ਫਸਟ ਆਏ। 11ਵਾਂ ਸਾਲ ਸਨ 1912 ਈਸਵੀ, ਸੰਤ ਈਸ਼ਰ ਸਿੰਘ ਵੱਲੋਂ ਬਖਸ਼ਿਸ਼ ਦੇ ਬਚਨ। ਬਾਲਕ ਗੁਰਬਚਨ ਸਿੰਘ ਜੀ ਨੇ ਮਹੰਤ ਕੋਲੋਂ ਬ੍ਰਿਜ ਭਾਸ਼ਾ ਦੇ ਗ੍ਰੰਥ ਅਤੇ ਮਹਾਭਾਰਤ ਅਰਥਾਂ ਨਾਲ ਪੜ੍ਹੇ। ਇਸੇ ਸਾਲ ਵਿੱਚ ਇੱਕ ਦਿਨ ਪਤਾ ਲੱਗਾ ਕਿ ਸੰਤ ਈਸ਼ਰ ਸਿੰਘ ਜੀ ਬੇਰਕਤ ਦੌਦਰ ਵਾਲੇ ਪਿੰਡ ਮਲਕ ਆਏ ਹੋਏ ਹਨ। ਸਾਹਿਬ ਕੌਰ ਅਤੇ ਗਿਆਨੀ ਨਿਧਾਨ ਸਿੰਘ ਬਾਲਕ ਨੂੰ ਨਾਲ ਲੈ ਕੇ ਪਿੰਡ ਮਲਕ ਦਰਸ਼ਨਾਂ ਨੂੰ ਗਏ। ਦਰਸ਼ਨ ਕੀਤੇ। ਪੰਥ ਪ੍ਰਸਿੱਧ ਮਹਾਤਮਾ ਨੇ ਬਾਲਕ ਗੁਰਬਚਨ ਸਿੰਘ ਜੀ ਦੇ ਮਸਤਕ ਵੱਲ ਤੱਕ ਕੇ ਕਿਹਾ, ਇਹ ਭੁਜੰਗੀ ਬਹੁਤ ਵੱਡਾ ਭਾਗਸ਼ਾਲੀ ਹੈ। ਆਪਣੀ ਜ਼ਿੰਦਗੀ ਵਿੱਚ ਬ੍ਰਹਮ ਗਿਆਨ ਦੀ ਵਿੱਦਿਆ ਪੜ੍ਹਾਵੇਗਾ। ਬਖਸ਼ਿਸ਼ ਭਰੇ ਬਚਨ ਸੁਣ ਕੇ ਭੂਆ ਅਤੇ ਫੁੱਫੜ ਬਹੁਤ ਖੁਸ਼ ਹੋਏ। ਕਈ ਵਾਰ ਸੰਤ ਜੀ ਆਪ ਵੀ ਸਿੰਘਾਂ ਨੂੰ ਦੱਸਿਆ ਕਰਦੇ ਸਨ ਕਿ ਸਿੰਘੋ, ਪਿਛਲੇ ਜਨਮ ਵਿੱਚ ਵੀ ਅਸੀਂ ਵਿੱਦਿਆ ਵਿੱਚ ਬੜੇ ਨਿਪੁੰਨ ਸੀ, ਪਰ ਕਿਸੇ ਨੂੰ ਵਿੱਦਿਆ ਪੜ੍ਹਾ ਨਹੀਂ ਸਕੇ। ਸਾਡੀ ਵਿੱਦਿਆ ਪੜ੍ਹਾਉਣ ਦੀ ਇੱਛਾ ਮਹਾਰਾਜ ਜੀ ਨੇ ਇਸ ਜਨਮ ਵਿੱਚ ਪੂਰੀ ਕੀਤੀ ਹੈ। ਇਸੇ ਸਾਲ ਸਕੂਲ ਵਿੱਚ ਚੌਥੀ ਜਮਾਤ ਪਾਸ ਕੀਤੀ। 12ਵਾਂ ਸਾਲ ਸਨ 1913 ਈਸਵੀ, 5ਵੀਂ ਜਮਾਤ ਪਾਸ ਕਰਨੀ। ਮਹੰਤ ਲਾਲ ਦਾਸ ਜੀ ਸੰਸਕ੍ਰਿਤ ਅਤੇ ਵੇਦਾਂਤ ਦੇ ਚੰਗੇ ਵਿਦਵਾਨ ਸਨ। ਉਹ ਵੈਦਿਕ ਗ੍ਰੰਥਾਂ ਦੇ ਵੀ ਗਿਆਤਾ ਸਨ। ਬਾਲਕ ਗੁਰਬਚਨ ਸਿੰਘ ਜੀ ਦਾ ਮਸਤਕ ਅਤੇ ਸਰੀਰਕ ਅੰਗ, ਹੱਥਾਂ ਪੈਰਾਂ ਦੀਆਂ ਰੇਖਾਵਾਂ ਵੇਖ ਵੇਖ ਕੇ ਮਹੰਤ ਜੀ ਕਹਿ ਦਿਆ ਕਰਦੇ ਕਿ ਇਹ ਬਾਲਕ ਕਿਸੇ ਰੋਜ਼ ਬਹੁਤ ਵੱਡਾ ਮਹਾਤਮਾ ਹੋ ਜਾਏਗਾ। ਬਾਲਕ ਨੂੰ ਬਹੁਤ ਪ੍ਰੇਮ ਨਾਲ ਵਿੱਦਿਆ ਪੜ੍ਹਾਉਂਦੇ। ਕੁਝ ਵੈਦਿਕ ਗ੍ਰੰਥ ਵੀ ਪੜ੍ਹਾ ਦਿੱਤੇ। ਯੋਗ ਵਿਸ਼ਿਸ਼ਟ ਵੀ ਪੜ੍ਹਾਇਆ।
ਭੇਟਾ ਰਹਿਤ ਡੇਰੇ ਵਿੱਚ ਸ੍ਰੀ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠ ਕਰਨੇ। ਪਿੰਡ ਵਿੱਚ ਬਾਲਕ ਦੇ ਪਾਠ ਦੀ ਬੜੀ ਮਹਿਮਾ ਹੋਣ ਲੱਗ ਪਈ ਅਤੇ ਲੋਕਾਂ ਵਿੱਚ ਬਹੁਤ ਸਤਿਕਾਰ ਹੋਣ ਲੱਗ ਗਿਆ। ਪੰਜਵੀਂ ਜਮਾਤ ਦੇ ਇਮਤਿਹਾਨ ਵਿੱਚ ਪਿੰਡ ਦੇ ਸਕੂਲ ਅਤੇ ਇਲਾਕੇ ਦੇ ਸਕੂਲਾਂ ਦੇ ਬੱਚਿਆਂ ਵਿੱਚੋਂ ਪਹਿਲੇ ਨੰਬਰ ਤੇ ਆਏ। 13ਵਾਂ ਸਾਲ ਸਨ 1914 ਈਸਵੀ। 6ਵੀਂ ਜਮਾਤ ਚ ਵੈਰਾਗਵਾਨ ਹੋਣਾ। ਬਾਲਕ ਗੁਰਬਚਨ ਸਿੰਘ ਨੇ ਹਰ ਰੋਜ਼ ਦਾ ਨਿਤਨੇਮ ਵਧਾ ਦਿੱਤਾ। ਮਹੰਤ ਪਾਸ ਦਵਾਈਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਵਿੱਚ 6ਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕੀਤੀ, ਪਰ ਮਨ ਇਤਨਾ ਵੈਰਾਗੀ ਹੋ ਗਿਆ ਕਿ ਇਮਤਿਹਾਨ ਨਾ ਦਿੱਤਾ। ਵੈਰਾਗੀ ਮਨ ਨਾਲ ਆਪਣੀ ਮਾਤਾ ਦੀ ਆਤਮਿਕ ਸ਼ਾਂਤੀ ਵਾਸਤੇ 5 ਸ੍ਰੀ ਸਹਿਜ ਪਾਠ ਕਰਕੇ 5 ਮਹੀਨਿਆਂ ਵਿੱਚ ਭੋਗ ਪਾਇਆ। 14ਵਾਂ ਸਾਲ ਸਨ 1915 ਈਸਵੀ। ਭਿੰਡਰੀ ਸੰਤਾਂ ਨਾਲ ਪਹਿਲਾ ਮਿਲਾਪ। 14ਵੇਂ ਸਾਲ ਭਾਦਰੋਂ ਦੇ ਮਹੀਨੇ ਵਿੱਚ ਭੂਆ ਜੀ ਦੇ ਨਾਲ ਕਿਸ਼ਨਪੁਰੇ ਤੋਂ ਭਿੰਡਰੀ ਆਏ। ਸੰਤ ਸੁੰਦਰ ਸਿੰਘ ਜੀ ਦੇ ਦਰਸ਼ਨ ਕੀਤੇ। ਸੰਤਾਂ ਦੇ ਸਨਮੁਖ ਬੈਠ ਕੇ 2 ਹੱਥ ਜੋੜ ਕੇ ਬੇਨਤੀ ਕੀਤੀ, ਜੀ ਮੈਨੂੰ ਆਪਣੇ ਨਾਲ ਜਥੇ ਵਿੱਚ ਰੱਖ ਕੇ ਗੁਰਮਤਿ ਦੀ ਵਿੱਦਿਆ ਪੜ੍ਹਾਓ। ਸੰਤ ਸੁੰਦਰ ਸਿੰਘ ਜੀ ਨੇ ਭੁਜੰਗੀ ਨੂੰ ਪਿਆਰ ਨਾਲ ਉੱਤਰ ਦਿੱਤਾ, ਭੁਜੰਗੀਆ ਤੇਰੇ ਅੰਦਰ ਵਿੱਦਿਆ ਪੜ੍ਹਨ ਦੀ ਲਗਨ ਵੇਖ ਕੇ ਤਾਂ ਸਾਨੂੰ ਭਾਰੀ ਖੁਸ਼ੀ ਹੈ, ਪਰ ਅਸੀਂ ਅਨਦਾੜੀਏ ਬੱਚੇ ਨੂੰ ਜਥੇ ਵਿੱਚ ਨਹੀਂ ਰੱਖਦੇ। ਇਹ ਗੱਲ ਸੁਣ ਕੇ ਗੁਰਬਚਨ ਸਿੰਘ ਜੀ ਚੁੱਪ ਹੋ ਗਏ। ਉਦੋਂ ਅਕਾਲ ਕੁਟੀਆ ਸਮੇਤ 9 ਕਮਰੇ ਬਣ ਰਹੇ ਸਨ। ਰਣੀਏ ਪਿੰਡ ਦਾ ਮੱਘਰ ਸਿੰਘ ਮਿਸਤਰੀ ਕੁਟੀਆ ਬਣਾ ਰਿਹਾ ਸੀ। ਸੰਤ ਸੁੰਦਰ ਸਿੰਘ ਜੀ ਉਸ ਮਿਸਤਰੀ ਨੂੰ ਕਹਿਣ ਲੱਗੇ, ਮੱਘਰ ਸਿੰਘ ਜੀ ਇਸ ਭੁਜੰਗੀ ਦਾ ਚਿਹਰਾ ਦੇਖਦਾ ਹੈ। ਉਹ ਕਹਿਣ ਲੱਗਾ, ਜੀ ਪਹਿਲੀ ਗੱਲ ਤਾਂ ਮੇਰੀ ਨਿਗਾਹ ਹੀ ਘੱਟ ਹੈ, ਦੂਸਰਾ ਜਿਸ ਤਰ੍ਹਾਂ ਆਪ ਜੀ ਪੁੱਛ ਰਹੇ ਹੋ ਉਸ ਗੱਲ ਦਾ ਮੈਨੂੰ ਕੀ ਪਤਾ ਹੈ। ਸੰਤ ਕਹਿਣ ਲੱਗੇ, ਇਸ ਭੁਜੰਗੀ ਦਾ ਚਿਹਰਾ ਮਹਾਂਪੁਰਖਾਂ ਜੈਸਾ ਹੈ। ਦੂਸਰਾ ਬਚਨ ਕੀਤਾ, ਮੱਘਰ ਸਿੰਘ ਜੀ ਲੋਕ ਤਾਂ ਮੰਡਲੀਆਂ ਫੇਰਦੇ ਹਨ, ਇਹ ਭੁਜੰਗੀ ਬੜਾ ਵੱਡਾ ਮੰਡਲਾ ਫੇਰਿਆ ਕਰੇਗਾ। ਇਹ ਬਚਨ ਮੱਘਰ ਸਿੰਘ ਨੇ ਸੰਤ ਚੰਦਾ ਸਿੰਘ ਜੀ ਰਾਮੂ ਵਾਲਿਆਂ ਨੂੰ ਦੱਸੇ ਸਨ। ਸੰਤ ਚੰਦਾ ਸਿੰਘ ਜੀ ਅੱਗੇ ਖਾਸ ਪ੍ਰੇਮੀਆਂ ਨੂੰ ਦੱਸਿਆ ਕਰਦੇ ਸਨ। ਹੁਣ ਬਾਲਕ ਗੁਰਬਚਨ ਸਿੰਘ ਜੀ ਭੂਆ ਨਾਲ ਭਿੰਡਰਾਂ ਤੋਂ ਵਾਪਸ ਕਿਸ਼ਨਪੁਰੇ ਆ ਗਏ। 15ਵਾਂ ਸਾਲ ਸਨ 1916 ਈਸਵੀ। ਕਿਸ਼ਨਪੁਰੇ ਤੋਂ ਅਖਾੜੇ ਆਉਣਾ। ਭਾਵੇਂ ਭੂਆ ਜੀ ਅਤੇ ਫੁੱਫੜ ਜੀ ਬਹੁਤ ਪਿਆਰ ਕਰਦੇ, ਪਰ ਬਾਲਕ ਗੁਰਬਚਨ ਸਿੰਘ ਜੀ ਦਾ ਮਨ ਉਦਾਸ ਅਤੇ ਵੈਰਾਗੀ ਹੋ ਗਿਆ। ਮਹੰਤ ਲਾਲ ਚੰਦ ਜੀ ਉਦਾਸੀ ਨੇ ਗਿਆਨ ਧਿਆਨ ਦੇ ਬਚਨ ਕਰਕੇ ਸਮਝਾਉਣਾ, ਪਰ ਆਪ ਜੀ ਵਾਪਸ ਪਿੰਡ ਆਉਣਾ ਚਾਹੁੰਦੇ ਸਨ। 15ਵੇਂ ਸਾਲ ਦੇ ਦਿਨ ਮਸਾਂ ਪੂਰੇ ਕੀਤੇ। ਇੱਕ ਦਿਨ ਤਿਆਰ ਹੋ ਕੇ ਭੂਆ ਜੀ ਅਤੇ ਫੁੱਫੜ ਜੀ ਤੋਂ ਆਗਿਆ ਲੈ ਕੇ ਗੁਰਫਤਿਹ ਬੁਲਾ ਕੇ ਪਿੰਡ ਅਖਾੜੇ ਆ ਗਏ। 16ਵਾਂ ਸਾਲ ਸਨ 1917 ਈਸਵੀ। ਤਾਇਆ ਜੀ ਪਾਸੋਂ ਕਥਾ ਦੇ ਗ੍ਰੰਥ ਪੜ੍ਹਨੇ। ਬਾਲਕ ਗੁਰਬਚਨ ਸਿੰਘ ਜੀ ਭੂਆ ਸਾਹਿਬ ਕੌਰ ਕੋਲ ਕਿਸ਼ਨਪੁਰੇ 8 ਕੁ ਸਾਲ ਰਹੇ ਸਨ। ਪਿੰਡ ਅਖਾੜੇ ਆ ਕੇ ਤਾਇਆ ਬਾਬਾ ਕਾਹਨ ਸਿੰਘ ਜੀ ਕੋਲ ਰਹਿਣ ਲੱਗੇ। ਆਪ ਦੇ ਤਾਇਆ ਜੀ ਜਿੱਥੇ ਸੰਗੀਤ ਵਿਦਿਆ ਦੇ ਮਹਾਨ ਆਚਾਰਿਆ ਸਨ, ਉੱਥੇ ਗੁਰਮਤਿ ਵਿਦਿਆ ਦੀਆਂ ਪੁਸਤਕਾਂ ਦੇ ਵੀ ਧੁਰੰਧਰ ਵਿਦਵਾਨ ਸਨ। ਪਿੰਡ ਕਿਸ਼ਨਪੁਰੇ ਰਹਿਣ ਸਮੇਂ ਮਹੰਤ ਲਾਲ ਦਾਸ ਜੀ ਤੋਂ ਬ੍ਰਿਜ ਭਾਸ਼ਾ ਦੇ ਕੁਝ ਗ੍ਰੰਥ ਅਰਥਾਂ ਨਾਲ ਪੜ੍ਹ ਲੈਣ ਦੇ ਕਾਰਨ ਗੁਰਬਚਨ ਸਿੰਘ ਜੀ ਨੂੰ ਹੋਰ ਬ੍ਰਿਜ ਭਾਸ਼ਾ ਦੇ ਗ੍ਰੰਥ ਅਰਥਾਂ ਨਾਲ ਪੜ੍ਹਨ ਦਾ ਸ਼ੌਂਕ ਜਾਗ ਪਿਆ ਸੀ, ਜਿਸ ਸਦਕਾ ਤਾਇਆ ਜੀ ਪਾਸੋਂ ਚਨਾਕਾ ਰਾਜਨੀਤੀ, ਸਾਰੁਕਤਾਵਲੀ, ਭਾਵਰਸਾ ਅੰਮ੍ਰਿਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼, ਪ੍ਰਬੋਧ ਚੰਦਰ ਨਾਟਕ, ਵੈਰਾਗ ਸ਼ਤਕ ਆਦਿ ਸਾਰੇ ਗ੍ਰੰਥ ਚੰਗੀ ਤਰ੍ਹਾਂ ਦੁਬਾਰਾ ਪੜ੍ਹ ਲਏ। ਗੁਰ ਇਤਿਹਾਸ ਦੇ ਪ੍ਰਸਿੱਧ ਕਥਾ ਗ੍ਰੰਥ
ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥ ਚੰਗੀ ਮਿਹਨਤ ਕਰਕੇ ਅਰਥਾਂ ਨਾਲ ਪੜ੍ਹੇ ਅਤੇ ਵਿਚਾਰੇ। ਪਿਤਾ ਜੀ ਵੀ ਫੌਜ ਵਿੱਚੋਂ ਸੰਮਤ 1975 ਬਿਕਰਮੀ ਮੁਤਾਬਕ 1918 ਈਸਵੀ ਨੂੰ ਰਿਟਾਇਰ ਹੋ ਕੇ ਪੈਨਸ਼ਨ ਲੈ ਕੇ ਆ ਗਏ ਤਾਂ ਆਪ ਪਿਤਾ ਜੀ ਨਾਲ ਖੇਤੀ ਦਾ ਕੰਮ ਕਰਾਉਣ ਲੱਗ ਪਏ। 17ਵਾਂ ਸਾਲ ਸਨ 1918 ਈਸਵੀ। ਅਖਾੜਾ ਪਿੰਡ 'ਚ ਪਹਿਲੀ ਕਥਾ ਕਰਨੀ। ਪਿੰਡ ਦੇ ਹੀ ਬਾਲ ਸਖਾਈ ਮਿੱਤਰ ਭਾਈ ਠਾਕੁਰ ਸਿੰਘ ਜੀ ਨਾਲ ਇਕੱਠੇ ਮੱਝਾਂ ਚਾਰਨ ਜਾਂਦੇ ਤਾਂ ਢਾਬ ਤੋਂ ਪਾਰ ਇੱਕ ਕੈਂਬ ਦਾ ਦਰਖਤ ਸੀ। ਉਸ ਨਾਲ ਮੱਝ ਬੰਨ੍ਹ ਦਿੰਦੇ ਅਤੇ ਹੱਥ ਧੋ ਕੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦਾ ਅਭਿਆਸ ਕਰਦੇ ਰਹਿੰਦੇ। ਪਿੰਡ ਦੇ ਮੁੰਡਿਆਂ ਨੂੰ ਇਕੱਠੇ ਕਰਕੇ ਗੁਰਦੁਆਰੇ ਲੈ ਆਉਂਦੇ ਤੇ ਉਹਨਾਂ ਨੂੰ ਗੁਰਮੁਖੀ ਅੱਖਰ ਪੜ੍ਹਾਉਂਦੇ। ਗੁਰਮੁਖੀ ਅੱਖਰ ਤੇ ਗੁਰਬਾਣੀ ਪੜ੍ਹਾਉਣ ਦਾ ਛੋਟੀ ਉਮਰ ਤੋਂ ਹੀ ਸ਼ੌਂਕ ਸੀ। ਤਾਇਆ ਜੀ ਦੀ ਭਾਵਨਾ ਸੀ ਕਿ ਸਿੱਖ ਜਗਤ ਵਿੱਚ ਗੁਰਬਾਣੀ ਅਤੇ ਗੁਰਮਤਿ ਦੀ ਵਿੱਦਿਆ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਸਕਣ। ਤਾਇਆ ਜੀ ਨੇ ਪ੍ਰੇਰਣਾ ਕਰਕੇ ਪਿੰਡ ਦੇ ਵੱਡੇ ਗੁਰਦੁਆਰੇ ਵਿੱਚ ਫਰੀਦਕੋਟੀ ਟੀਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਮੁੱਢ ਤੋਂ ਆਰੰਭ ਕਰਵਾ ਦਿੱਤੀ। ਤਾਇਆ ਜੀ ਨੇ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਕਰਨਾ। ਬਾਲਕ ਗੁਰਬਚਨ ਸਿੰਘ ਜੀ ਨੇ ਲੜੀਵਾਰ 1 ਘੰਟਾ ਕਥਾ ਕਰਨੀ। ਸੁਰੀਲੇ ਗਲੇ ਅਤੇ ਪੂਰਨ ਸ਼ਰਧਾ ਨਾਲ ਕਥਾ ਕਰਦੇ। ਸਾਲ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ ਪਾਇਆ ਤਾਂ ਸਾਰਾ ਪਿੰਡ ਬਹੁਤ ਹੀ ਖੁਸ਼ ਹੋਇਆ। 18ਵਾਂ ਤੇ 19ਵਾਂ ਸਾਲ ਸਨ 1919 ਤੋਂ 1920 ਈਸਵੀ। ਦੂਜੀ ਕਥਾ ਆਰੰਭ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਕਥਾ ਵੀ ਫਰੀਦਕੋਟ ਦੇ ਟੀਕੇ ਤੋਂ ਆਰੰਭ ਕੀਤੀ ਗਈ। ਸੈਂਕੜੇ ਪ੍ਰੇਮੀ ਕਥਾ ਸੁਣਦੇ। ਨਾਲ ਹੀ ਗਿਆਨੀ ਗੁਰਬਚਨ ਸਿੰਘ ਜੀ ਪਿਤਾ ਨਾਲ ਖੇਤੀਬਾੜੀ ਦੀ ਕਿਰਤ ਵੀ ਕਰਾਉਂਦੇ। ਰਾਜੋ ਆਣੇ ਆਨੰਦ ਕਾਰਜ। ਸਨ 1920 ਈਸਵੀ ਨੂੰ ਜਦ ਆਪ ਜੀ ਦੀ ਉਮਰ 18 ਸਾਲ ਦੀ ਹੋਈ ਤਾਂ ਘਰ ਵਿੱਚ ਆਪ ਜੀ ਦੇ ਵਿਆਹ ਦੀਆਂ ਗੱਲਾਂ ਚੱਲ ਪਈਆਂ। ਤਦ ਇਸੇ ਹੀ ਸਾਲ ਜ਼ਿਲ੍ਹਾ ਲੁਧਿਆਣੇ ਦੀ ਤਹਿਸੀਲ ਜਗਰਾਉਂ ਦੇ ਪ੍ਰਸਿੱਧ ਨਗਰ ਰਾਜੋਆਣਾ ਵਿਖੇ ਸਰਦਾਰ ਬਸੰਤ ਸਿੰਘ ਜੀ ਅਤੇ ਮਾਤਾ ਸ਼ਾਮ ਕੌਰ ਜੀ ਦੀ ਸੁਘੜ ਤੇ ਸੁਸ਼ੀਲ ਸੁਪੁੱਤਰੀ ਬੀਬੀ ਕਿਸ਼ਨ ਕੌਰ ਜੀ ਨਾਲ ਆਪ ਦਾ ਆਨੰਦ ਕਾਰਜ ਪੂਰਨ ਗੁਰਮਰਜ਼ਾਦਾ ਅਨੁਸਾਰ ਹੋਇਆ। ਇਹ ਸਮਾਂ ਬੜੇ ਚਾਵਾਂ ਤੇ ਮਲਾਰਾਂ ਦਾ ਸੀ। ਸਾਰੇ ਪਰਿਵਾਰ ਨੇ ਇਸ ਸ਼ੁਭ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਉਤਸ਼ਾਹ ਭਰਪੂਰ ਸਮੇਂ ਦਾ ਆਨੰਦ ਮਾਣਿਆ। ਆਨੰਦ ਕਾਰਜ ਤੋਂ 2 ਸਾਲ ਬਾਅਦ ਮੁਕਲਾਵੇ ਦੀ ਰਸਮ ਕੀਤੀ ਗਈ। ਪਹਿਲੀ ਚਮਤਕਾਰੀ ਘਟਨਾ। ਗਿਆਨੀ ਗੁਰਬਚਨ ਸਿੰਘ ਜੀ ਦੇ ਪਿਤਾ ਜੀ ਸਰਕਾਰੀ ਹੁਕਮ ਅਨੁਸਾਰ ਪਿੰਡ ਵਿੱਚ ਠੀਕਰੀ ਪਹਿਰਾ ਦਿਆ ਕਰਦੇ ਸਨ। ਹਰ ਰੋਜ਼ ਵਾਰੋ ਵਾਰੀ ਹਰ ਘਰ ਵਿੱਚੋਂ ਇੱਕ ਬੰਦਾ ਪਹਿਰੇ ਤੇ ਜਾਂਦਾ ਸੀ। ਇੱਕ ਦਿਨ ਪਿਤਾ ਜੀ ਦੀ ਥਾਂ ਆਪ ਚਲੇ ਗਏ। ਆਪ ਜੀ ਦੇ ਨਾਲ ਦੂਜਾ ਪਹਿਰੇਦਾਰ ਭਾਈ ਧਿਆਨ ਸਿੰਘ ਸੀ। ਨੌਜਵਾਨ ਉਮਰ ਹੋਣ ਕਰਕੇ ਰਾਤ ਦੇ 10 ਕੁ ਵਜੇ ਦੋਨੋਂ ਹੀ ਸੌਂ ਗਏ। ਰਾਤ ਨੂੰ ਪੁਲਿਸ ਨੇ ਛਾਪਾ ਮਾਰਿਆ ਤਾਂ ਦੋਵੇਂ ਹੀ ਸੁੱਤੇ ਹੋਏ ਪਕੜੇ ਗਏ। ਭਾਈ ਧਿਆਨ ਸਿੰਘ ਨੂੰ ਥਾਣੇਦਾਰ ਨੇ ਪੁੱਛਿਆ ਕੀ ਟਾਈਮ ਹੈ। ਸੁੱਤਾ ਹੋਣ ਕਰਕੇ ਉਹ ਕੁਝ ਨਾ ਦੱਸ ਸਕਿਆ। ਜਦ ਆਪ ਜੀ ਤੋਂ ਪੁੱਛਿਆ ਕਿ ਕੀ ਟਾਈਮ ਹੈ ਤਾਂ ਆਪ ਨੇ ਸੁਤੇ ਸਿੱਧ ਹੀ ਜ਼ਬਾਨ ਚੋਂ ਕਿਹਾ ਕਿ 11 ਵਜੇ ਹਨ। ਜਦ ਥਾਣੇਦਾਰ ਨੇ ਘੜੀ ਵੇਖੀ ਤਾਂ ਠੀਕ 11 ਹੀ ਵਜੇ ਸਨ ਤਾਂ ਉਹਨਾਂ ਕਿਹਾ, ਹਾਂ ਠੀਕ ਹੈ, ਇਹ ਜਾਗਦਾ ਹੈ। ਇਹ ਆਪ ਜੀ ਦੀ ਅਗੰਮੀ ਸ਼ਕਤੀ ਦੀ ਪਹਿਲੀ ਘਟਨਾ ਸੀ। ਅਖਾੜਾ ਪਿੰਡ ਵਿਖੇ ਸਿੰਘ ਸਭਾ ਦਾ ਸਮਾਗਮ। ਗਿਆਨੀ ਗੁਰਬਚਨ ਸਿੰਘ ਜੀ ਦੇ ਅੰਦਰ ਸਾਧੂ ਮਹਾਤਮਾ ਦੇ ਦਰਸ਼ਨ ਕਰਨ ਦਾ ਬੜਾ ਭਾਰੀ ਚਾਅ ਬਣਿਆ ਰਹਿੰਦਾ ਸੀ। ਇੱਕ ਵਾਰ 1920 ਈਸਵੀ ਨੂੰ ਅਖਾੜੇ ਪਿੰਡ 'ਚ
ਸਿੰਘ ਸਭਾ ਲਹਿਰ ਦਾ 5 ਦਿਨਾਂ ਬੜਾ ਭਾਰੀ ਸਮਾਗਮ ਹੋਇਆ, ਜਿਸ ਵਿੱਚ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਸਿੱਖ ਕੌਮ ਦੇ ਵੱਡੇ ਵੱਡੇ ਹੀਰੇ ਪੁੱਜੇ, ਜਿਨ੍ਹਾਂ ਵਿੱਚ ਬੁੱਢਾ ਦਲ ਦੇ ਹਠੀ ਤਪੀ ਅਤੇ ਸਿੱਦਕੀ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਦਲ ਸਮੇਤ ਪਹੁੰਚੇ ਹੋਏ ਸਨ। ਬਾਬਾ ਤੇਜਾ ਸਿੰਘ ਸਮੁੰਦਰੀ, ਜਪੀ ਤਪੀ ਬਾਬਾ ਭਗਵਾਨ ਸਿੰਘ ਜੀ, ਪਰ ਉਪਕਾਰੀ ਬਾਬਾ ਹਰਨਾਮ ਸਿੰਘ, ਪਿੰਡ ਮਾਨਾ ਦੇ ਗਿਆਨੀ ਹਰੀ ਸਿੰਘ ਜੀ, ਪਟਿਆਲੇ ਤੋਂ ਪੰਡਿਤ ਗੁਰਬਖਸ਼ ਸਿੰਘ ਜੀ, ਦੇਸ ਭਗਤ ਬਾਬਾ ਵਿਸਾਖਾ ਸਿੰਘ ਜੀ, ਦਦੇਹਰ ਵਾਲੇ ਸਕੱਤਰ ਸੰਤਾ ਸਿੰਘ, ਪੰਡਿਤ ਵਰਿਆਮ ਸਿੰਘ ਜੀ ਅਤੇ ਪੰਥ ਦੇ ਮਹਾਨ ਵਿਦਵਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਆਏ ਹੋਏ ਸਨ। ਭਾਈ ਤਾਰਾ ਸਿੰਘ ਜੀ ਵੀ ਪਿੰਡ ਅਖਾੜੇ ਦੇ ਹੀ ਵਸਨੀਕ ਸਨ। ਉਮਰ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦੇ ਹਾਣੀ ਸਨ ਤੇ ਬਾਲ ਸਖਾਈ ਮਿੱਤਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੇ ਚੰਗੇ ਪਾਠੀ ਸਨ। ਸੰਤਾਂ ਤੇ ਭਾਈ ਹਜ਼ਾਰਾ ਸਿੰਘ ਜੀ ਨਾਲ ਇਕੱਠੇ ਅਖੰਡ ਪਾਠ ਕਰਦੇ ਹੁੰਦੇ ਸਨ। ਇਹ ਵੀ ਤਾਇਆ ਕਾਹਨ ਸਿੰਘ ਜੀ ਪਾਸੋਂ ਪੜ੍ਹੇ ਅਤੇ ਦਸਮ ਗ੍ਰੰਥ ਦੀ ਕਥਾ ਸਿੱਖੀ ਸੀ। ਨਿਹੰਗ ਸਿੰਘਾਂ ਦੇ ਬਾਣੇ ਵਿੱਚ ਰਹਿੰਦੇ ਦਸਮ ਗ੍ਰੰਥ ਦੀ ਕਥਾ ਕਰਦੇ। ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਦੇ ਬੁੰਗੇ ਦੇ ਜਥੇਦਾਰ ਰਹੇ ਸਨ। ਇੱਕ ਵਾਰ ਦਸਮ ਗ੍ਰੰਥ ਦੀ ਕਥਾ ਆਪ ਪਾਸੋਂ ਜਦ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਸੁਣੀ ਤਾਂ ਖੁਸ਼ ਹੋ ਕੇ ਆਪ ਜੀ ਨੂੰ 500 ਰੁਪਏ ਤੇ ਇੱਕ ਘੋੜਾ ਭੇਟ ਕੀਤਾ। ਘੋੜਾ ਤਾਂ ਆਪਣੀ ਸਵਾਰੀ ਲਈ ਕੋਲ ਰੱਖ ਲਿਆ ਤੇ 500 ਰੁਪਏ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਦੇ ਦਿੱਤੇ। ਆਪ ਦਸਮ ਗ੍ਰੰਥ ਅਰਥਾਂ ਨਾਲ ਸਿੰਘਾਂ ਨੂੰ ਪੜ੍ਹਾਉਂਦੇ ਰਹੇ। ਆਪ ਲੰਗੂ ਵਾਲੇ ਪਿੰਡ ਮੰਗੇ ਹੋਏ ਸਨ, ਪਰ ਸ਼ਾਦੀ ਨਹੀਂ ਕਰਵਾਈ। 10 ਘੁਮਾ ਜ਼ਮੀਨ ਸੀ, ਉਸ ਦਾ ਮਾਮਲਾ ਲੈ ਜਾਂਦੇ। ਸੰਤਾਂ ਨਾਲ ਬਹੁਤ ਪਿਆਰ ਸੀ, ਇਸ ਲਈ ਆਪਣਾ ਘਰ ਦਾ ਮਕਾਨ ਸੰਤਾਂ ਨੂੰ ਅਰਦਾਸ ਕਰਵਾ ਦਿੱਤਾ ਅਤੇ 1950 ਈਸਵੀ ਵਿੱਚ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰੀਰ ਤਿਆਗ ਗਏ। ਸੰਤ ਸੁੰਦਰ ਸਿੰਘ ਜੀ ਦੀ ਕਥਾ ਤੋਂ ਪ੍ਰਭਾਵਿਤ ਇਸ ਸਮਾਗਮ ਵਿੱਚ ਸੰਤ ਸੁੰਦਰ ਸਿੰਘ ਜੀ ਨੇ ਜੈਤਸਰੀ ਦੀ ਵਾਰ ਦੇ ਪਹਿਲੇ ਸ਼ਲੋਕ ਆਦ ਪੂਰਨ ਮੱਧ ਪੂਰਨ ਦੀ ਐਸੀ ਰਸ ਭਿੰਨੀ ਕਥਾ ਕੀਤੀ ਕਿ ਸਰੋਤਿਆਂ ਨੂੰ ਦੇਸ ਕਾਲ ਦਾ ਚੇਤਾ ਹੀ ਭੁੱਲ ਗਿਆ। ਸਾਰੀ ਸੰਗਤ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਬਾਣੀ ਉੱਚ ਰਹੇ ਸਾਧ ਜਨ ਅਮਿਓ ਚੱਲੇ ਚਰਣੇ। ਐਸਾ ਅਕਥਨੀय ਰਸ ਬੱਝਿਆ ਜਿਸ ਨੂੰ ਇਸ ਤਰ੍ਹਾਂ ਹੀ ਕਿਹਾ ਜਾ ਸਕਦਾ ਹੈ ਅਲੌਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿਨ ਜਾਣਿਆ। ਜਿਸ ਤਰ੍ਹਾਂ ਵਰਖਾ ਪੈਣ ਤੋਂ ਬਾਅਦ ਠੰਡ ਵਰਤ ਜਾਂਦੀ ਹੈ, ਇਸੇ ਤਰ੍ਹਾਂ ਹੀ ਸਭ ਸਰੋਤਿਆਂ ਦੇ ਮਨ ਕਿਸੇ ਵਿਸਮਾਦ ਰਸ ਵਿੱਚ ਗੜੂੰਦ ਹੋ ਕੇ ਠੰਡੇ ਤੇ ਸ਼ਾਂਤ ਹੋ ਗਏ। ਕਥਾ ਤੋਂ ਬਾਅਦ ਸੰਤਾਂ ਨੇ ਕੀਰਤਨ ਰਾਹੀਂ ਸ਼ਬਦ ਪੜਿਆ ਗੁਰ ਕਾ ਬਚਨ ਬਸੈ ਜੀਅ ਨਾਲੇ। ਬਸ ਫਿਰ ਕੀ ਸੀ ਰਹਿੰਦੀ ਖੂੰਹਦੀ ਕਸਰ, ਇਸ ਸ਼ਬਦ ਨੇ ਕੱਢ ਦਿੱਤੀ। ਸੰਤਾਂ ਦੇ ਤਾਂ ਦਰਸ਼ਨ ਹੀ ਬੜੇ ਅਮੋਲਕ ਸਨ, ਪਰ ਇਸ ਕਥਾ ਤੇ ਕੀਰਤਨ ਨੇ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਗਿਆਨੀ ਗੁਰਬਚਨ ਸਿੰਘ ਜੀ ਦੇ ਹਿਰਦੇ ਅੰਦਰ ਐਸੀ ਮਿਕਨਾਤੀਸੀ ਖਿੱਚ ਪਈ ਕਿ ਸਮਝੋ ਉਦੋਂ ਤੋਂ ਹੀ ਮਨ ਲਾ ਕੇ ਸੰਤਾਂ ਜੋਗੇ ਹੀ ਹੋ ਗਏ। ਵਾਹਿਗੁਰੂ ਮੰਤਰ ਦਾ ਜਾਪ ਸੁਤੇ ਸਿੱਧ ਹੋਣ ਲੱਗ ਪਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ। ਜਿਸ ਗੁਰ ਸ਼ਬਦ ਸੁਰਤ ਦੇ ਆਪ ਪਾਂਧੀ ਸਨ, ਉਸ ਦੀ ਸੇਧ ਹੁਣ ਮਿਲ ਗਈ। ਸੰਤਾਂ ਨਾਲ ਬਚਨ ਵਿਲਾਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਸੁੰਦਰ ਸਿੰਘ ਨੂੰ ਬੜੇ ਹੀ ਪ੍ਰੇਮ ਵਿੱਚ ਭਿੱਜ ਕੇ ਗੁਰਫਤਿਹ ਬੁਲਾਈ ਤੇ ਚੁੱਪ ਹੋ ਗਏ। ਇਸ ਚੁੱਪ ਨੇ ਗਿਆਨੀ ਜੀ ਦੇ ਹਿਰਦੇ ਵਿੱਚ ਸ਼ਰਧਾ ਅਤੇ ਆਪਾ ਵਾਰਨ ਦੀ ਭਾਵਨਾ ਨੂੰ
ਇੱਕ ਜੀਅਦਾਨ ਦੀ ਜਾਚਨਾ ਦਾ ਰੂਪ ਦੇ ਦਿੱਤਾ। ਪੂਰਨ ਸੰਤ ਸੁੰਦਰ ਸਿੰਘ ਜੀ ਇਸ ਆਤਮਿਕ ਅਭਿਲਾਖੀ ਦੀ ਤੰਗ ਦਾ ਹਾਲ ਅਣਬੋਲਤ ਹੀ ਜਾਣ ਗਏ ਅਤੇ ਪਿਆਰ ਵਿੱਚ ਆ ਕੇ ਕਿਹਾ, ਗੁਰਬਾਣੀ ਦੇ ਅਦੁੱਤੀ ਆਨੰਦ ਨੂੰ ਪ੍ਰਾਪਤ ਕਰਨ ਵਾਲੇ ਗੁਰਮੁਖਾ, ਦੱਸ ਤੇਰੀ ਕੀ ਇੱਛਾ ਹੈ। ਇਸ ਉੱਤਮ ਅਧਿਕਾਰੀ ਨੇ ਬਹੁਤ ਹੀ ਨਿਮਰਤਾ ਵਿੱਚ ਭਿੱਜ ਕੇ ਕਿਹਾ, ਮਹਾਂਪੁਰਖੋ, ਨਾਮ ਦੀ ਦਾਤ ਬਖਸ਼ੋ। ਸੰਤ ਜੀ ਕਹਿਣ ਲੱਗੇ, ਗੁਰਮਤ ਅਨੁਸਾਰ ਨਾਮ ਦੀ ਦਾਤ ਤਾਂ ਪੰਜ ਪਿਆਰਿਆਂ ਤੋਂ ਹੀ ਪ੍ਰਾਪਤ ਕਰੀਦੀ ਹੈ। ਗੁਰਮਤ ਮੇ ਇਹ ਰੀਤ ਪਿਆਰੇ, ਅੰਮ੍ਰਿਤ ਛਕ ਪੰਚਾਂ ਹਿਤ ਧਾਰੇ। 10 ਗੁਰ ਰੂਪ ਗੁਰੂ ਗ੍ਰੰਥ ਅਪਾਰਾ, ਦੇਵਹਿ ਸਤਿਗੁਰ ਨਾਮ ਆਧਾਰਾ। ਅੰਮ੍ਰਿਤ ਛਕਣਾ। ਦੂਸਰੇ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਪੰਜ ਪਿਆਰਿਆਂ ਵਿੱਚ ਸੰਤ ਸੁੰਦਰ ਸਿੰਘ ਜੀ, ਗੁਰਬਖਸ਼ ਸਿੰਘ ਜੀ ਪੰਡਿਤ, ਗਿਆਨੀ ਹਰੀ ਸਿੰਘ ਜੀ, ਈਸ਼ਰ ਸਿੰਘ ਜੀ ਤਿਆਗੀ, ਪ੍ਰੇਮ ਸਿੰਘ ਜੀ ਸੰਤ, ਗ੍ਰੰਥੀ ਧਿਆਨ ਸਿੰਘ ਜੀ ਨੇ ਸ਼ਾਮਲ ਹੋ ਕੇ 500 ਮਾਈ ਭਾਈ ਨੂੰ ਅੰਮ੍ਰਿਤ ਛਕਾਇਆ, ਜਿਨ੍ਹਾਂ ਵਿੱਚ ਗਿਆਨੀ ਜੀ ਵੀ ਸ਼ਾਮਲ ਸਨ। ਅੰਮ੍ਰਿਤ ਦੀ ਇਸ ਮਹਾਨ ਦਾਤ ਨੂੰ ਪ੍ਰਾਪਤ ਕਰਕੇ ਖਾਲਸਾ ਮੇਰੋ ਰੂਪ ਹੈ ਖਾਸ ਦੀ ਐਸੀ ਬਖਸ਼ਿਸ਼ ਲਈ ਕਿ ਜ਼ਿੰਦਗੀ ਵਿੱਚ ਖਾਲਸਾ ਰੂਪ ਹੀ ਹੋ ਨਿਬੜੇ। ਉਦੋਂ ਤੋਂ ਹੀ ਆਪ ਜੀ ਨੇ ਆਪਣਾ ਤਖੱਲਸ ਉਪਨਾਮ ਖਾਲਸਾ ਹੀ ਰੱਖ ਲਿਆ, ਜੋ ਹੁਣ ਸਾਰੇ ਜਗਤ ਵਿੱਚ ਪ੍ਰਸਿੱਧ ਹੈ। ਆਪ ਜੀ ਦਾ ਐਸਾ ਤੇਜ ਪ੍ਰਤਾਪ ਸੀ ਕਿ ਦਰਸ਼ਨ ਕਰਨ ਸਾਰ ਸੈਂਕੜੇ ਸਿਰਾਂ ਦੀਆਂ ਧੌਣਾਂ ਸਤਿਕਾਰ ਵਜੋਂ ਝੁਕ ਜਾਂਦੀਆਂ ਸਨ। ਜਦੋਂ ਤੋਂ ਪੰਜ ਪਿਆਰਿਆਂ ਦੁਆਰਾ ਆਪ ਜੀ ਨੇ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ ਦ੍ਰਿੜ ਕੀਤਾ, ਸੋਮੇ ਦੀ ਤਰ੍ਹਾਂ ਸਿਮਰਨ ਦਾ ਉਦੋਂ ਤੋਂ ਹੀ ਐਸਾ ਪ੍ਰਵਾਹ ਚੱਲਿਆ, ਜੋ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਅਰੁਕ ਹੀ ਚੱਲਦਾ ਰਿਹਾ। ਜਥਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿੱਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਬਾਅਦ ਵਿੱਚ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਦੂਜੀ ਕਥਾ ਆਰੰਭ ਕੀਤੀ ਸੀ, ਉਸ ਦਾ ਭੋਗ ਪਾਇਆ ਅਤੇ ਤੀਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵੀ ਫਰੀਦਕੋਟ ਦੇ ਟੀਕੇ ਤੋਂ ਹੀ ਆਰੰਭ ਕਰ ਦਿੱਤੀ। 20ਵੇਂ ਸਾਲ ਤੋਂ 28ਵੇਂ ਸਾਲ ਤੱਕ ਸਨ 1921 ਤੋਂ 29 ਈਸਵੀ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ। ਅਜੇ ਅੰਮ੍ਰਿਤ ਪਾਨ ਕੀਤਾ ਹੀ ਸੀ ਕਿ 1921 ਈਸਵੀ ਵਿੱਚ ਸ੍ਰੀ ਨਨਕਾਣਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਵਰਤ ਗਿਆ, ਜਿਸ ਜੰਡ ਨਾਲ ਪੁੱਠਾ ਲਮਕਾ ਕੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਵਿਰੋਧੀਆਂ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਸ਼ਹੀਦ ਕੀਤਾ ਸੀ। ਆਪ ਜੀ ਉੱਥੇ ਵੀ ਗਏ ਅਤੇ ਉਸ ਜਗ੍ਹਾ ਨੂੰ ਵੇਖ ਕੇ ਸਿੱਖੀ ਦੇ ਪਿਆਰ ਦਾ ਜਲ ਆਪ ਦੀਆਂ ਅੱਖਾਂ ਵਿੱਚ ਭਰ ਆਇਆ। ਜਿਸ ਭੱਠੇ ਵਿੱਚ ਜਿਉਂਦੇ ਭਾਈ ਦਲੀਪ ਸਿੰਘ ਜੀ ਨੂੰ ਸੁੱਟ ਕੇ ਭੁੰਨ ਦਿੱਤਾ ਸੀ, ਉਹ ਥਾਂ ਵੀ ਵੇਖੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ, ਜਿੱਥੇ ਅਧਮੋਏ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਸੀ, ਜਿੱਥੇ ਨਰੈਣੂ ਮਹੰਤ ਨੂੰ ਸਿੱਖੀ ਸਿਦਕ ਦੀ ਰੂਹ 100 ਫਿਟਕਾਰਾਂ ਪਾ ਰਹੀ ਸੀ, ਉਥੋਂ ਦੇ ਇਸ ਘਿਨਾਉਣੇ ਦ੍ਰਿਸ਼ ਨੂੰ ਵੇਖ ਕੇ ਸਿੱਖੀ ਦੀ ਅਣਖ ਨੇ ਮਨ ਨੂੰ ਕਾਫੀ ਝੰਜੋੜਿਆ। ਨੇਤਰਾਂ ਵਿੱਚ ਵੀਰ ਰਸ ਝਲਕਾ ਮਾਰਨ ਲੱਗ ਪਿਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦੇ ਦਰਸ਼ਨ ਕੀਤੇ, ਜਿਸ ਵਿੱਚ ਨਰੈਣੂ ਮਹੰਤ ਦੇ ਸ਼ਰਾਬੀ ਕਬਾਬੀ ਬੰਦਿਆਂ ਨੇ ਗੋਲੀਆਂ ਮਾਰੀਆਂ ਸਨ। ਇਸ ਤਰ੍ਹਾਂ ਨਰੈਣੂ ਦੇ ਅਸਹਿ ਜ਼ੁਲਮ ਅਤੇ ਸਿੰਘਾਂ ਦੀ ਸ਼ਾਂਤਮਈ ਸਹਿਨਸ਼ੀਲਤਾ ਦਾ ਬੇਮਿਸਾਲ ਨਮੂਨਾ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਫਿਰ ਭਰੇ ਮਨ ਨਾਲ ਵਾਪਸ ਸ੍ਰੀ ਅੰਮ੍ਰਿਤਸਰ ਆ ਕੇ ਦਰਸ਼ਨ ਇਸ਼ਨਾਨ ਕਰਨ ਤੋਂ ਬਾਅਦ
ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ। ਸ੍ਰੀ ਜਪਜੀ ਸਾਹਿਬ ਦੇ 84 ਪਾਠ ਕਰਨੇ। ਆਪ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਵਿਧੀ ਪੂਰਵਕ 84 ਵਾਰ ਇਸ਼ਨਾਨ ਤੇ 84 ਹੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੱਥੋਂ ਆਪ ਜੀ ਸ੍ਰੀ ਖਡੂਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਚਬਾਹਰ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ, ਸੰਨ ਸਾਹਿਬ, ਛੇਹਰਟਾ ਸਾਹਿਬ ਤੇ ਗੁਰੂ ਕੀ ਵਡਾਲੀ ਦਰਸ਼ਨ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਆ ਕੇ 4 ਮਹੀਨੇ ਰਹੇ। ਆਪਣਾ ਆਸਣ ਸੰਤਾਂ ਨੇ ਡੇਰਾ ਬਾਬਾ ਖੜਕ ਸਿੰਘ ਵਿਖੇ ਰੱਖਿਆ। ਕਥਾ ਕੀਰਤਨ ਸੁਣਨ ਦੇ ਨਾਲ ਨਾਲ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਤੇ ਜਾਪ ਸਾਹਿਬ ਦਾ ਇਹ ਸਾਰਾ ਛੰਦ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਨਾਲ ਮਿਲਾ ਕੇ ਕੀਤਾ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ। ਵਾਹਿਗੁਰੂ ਮੰਤਰ ਦਾ 40 ਦਿਨ 1.25 ਲੱਖ ਜਾਪ ਕਰਕੇ ਅਥਾਹ ਰਸ ਦੇ ਨਾਲ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਚਮਤਕਾਰਾਂ ਦਾ ਵੀ ਆਨੰਦ ਮਾਣਿਆ। ਚਮਕੌਰ ਸਾਹਿਬ ਜਾਪ ਕਰਨਾ। ਸ੍ਰੀ ਅੰਮ੍ਰਿਤਸਰ ਤੋਂ ਆਪ ਜੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਰੋਪੜ ਵਿਖੇ ਭੱਠਾ ਸਾਹਿਬ ਜੀ ਦੀ ਯਾਤਰਾ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਆ ਗਏ। ਇੱਥੇ ਵੀ ਆਪ ਜੀ ਨੇ ਸ੍ਰੀ ਬਾਉਲੀ ਸਾਹਿਬ ਜੀ ਦੇ ਗਲ ਗਲ ਤੱਕ ਪਾਣੀ ਵਿੱਚ ਖਲੋ ਕੇ 40 ਦਿਨ 1.25 ਲੱਖ ਮੂਲ ਮੰਤਰ ਦਾ ਜਾਪ ਕੀਤਾ। ਰਾਤ ਦੇ 8 ਵਜੇ ਬਾਉਲੀ ਸਾਹਿਬ ਵਿੱਚ ਪ੍ਰਵੇਸ਼ ਹੋ ਜਾਂਦੇ ਤੇ ਅੰਮ੍ਰਿਤ ਵੇਲੇ 4 ਵਜੇ ਨਿਕਲਦੇ। ਇਹਨਾਂ ਦਿਨਾਂ ਵਿੱਚ ਬੜੇ ਬੜੇ ਸ਼ਹੀਦ ਸਿੰਘਾਂ ਦੇ ਵੀ ਦਰਸ਼ਨ ਹੁੰਦੇ ਰਹੇ। ਅਖੀਰਲੇ ਦਿਨ 4 ਵਜੇ ਸੰਤ ਜੀ ਬਾਉਲੀ ਸਾਹਿਬ ਤੋਂ ਬਾਹਰ ਨਿਕਲੇ ਤਾਂ ਅੱਗੇ ਚੌਗਾਠ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡਾ ਸਰੀਰ ਧਾਰ ਕੇ 40 ਸ਼ਹੀਦ ਸਿੰਘਾਂ ਨਾਲ ਖੜੇ ਸਨ। ਸੰਤ ਜੀ ਨੇ ਦੱਸਿਆ, ਮੈਨੂੰ ਵੀ ਸਤਿਗੁਰੂ ਜੀ ਕਹਿਣ ਲੱਗੇ ਤੂੰ ਵੀ ਵਿੱਚੇ ਹੀ ਆ ਜਾ। ਸੰਤ ਜੀ ਨੇ ਦੱਸਿਆ, ਮੇਰੀਆਂ ਵੱਖੀਆਂ ਨੂੰ ਤਾਂ ਗੁਰੂ ਜੀ ਦੇ ਹਸਤ ਕਮਲਾਂ ਦੀਆਂ ਉਂਗਲੀਆਂ ਦੇ ਸਿਰਫ ਪੋਟੇ ਹੀ ਲੱਗੇ, ਜਿਸ ਨਾਲ ਅਕਥਨੀय ਆਨੰਦ ਪ੍ਰਾਪਤ ਹੋਇਆ। ਸਰੀਰਕ ਚੇਤਾ ਹੀ ਭੁੱਲ ਗਿਆ। ਫਿਰ ਮੈਂ ਨਿਤ ਨਿਯਮ ਪੂਰਾ ਕਰਕੇ ਵਾਪਸ ਪਿੰਡ ਅਖਾੜੇ ਆ ਗਿਆ। ਸੰਤਾਂ ਦੀ ਸੰਗਤ 'ਚ ਆਉਣਾ। ਚੱਲ ਰਹੀ ਤੀਜੀ ਕਥਾ ਦਾ ਭੋਗ ਪਾ ਕੇ ਮਨ ਦਾ ਵੈਰਾਗ ਝੱਲਿਆ ਨਹੀਂ ਸੀ ਜਾਂਦਾ। 1921 ਈਸਵੀ ਸਾਵਣ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਆਪਣੇ ਸਤਿਕਾਰਯੋਗ ਪਿਤਾ ਸਰਦਾਰ ਰੂੜ ਸਿੰਘ ਜੀ ਤੋਂ ਆਗਿਆ ਲੈ ਕੇ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਆ ਹਾਜ਼ਰ ਹੋਏ। ਸੰਤ ਜੀ ਉਸ ਸਮੇਂ ਭਿੰਡਰੀ ਹੀ ਨਿਵਾਸ ਰੱਖਦੇ ਸਨ। ਸੰਤ ਸੁੰਦਰ ਸਿੰਘ ਜੀ ਦੇ ਦਰਸ਼ਨ ਕਰਕੇ ਮਨ ਗਦ-ਗਦ ਹੋ ਗਿਆ। ਜਿਸ ਤਰ੍ਹਾਂ ਸੂਰਜ ਨੂੰ ਵੇਖ ਕੇ ਕਮਲ ਦੀਆਂ ਪੰਖੜੀਆਂ ਖਿੜ ਜਾਂਦੀਆਂ ਹਨ, ਇਸੇ ਤਰ੍ਹਾਂ ਹੀ ਆਪ ਦੇ ਕਮਲ ਵਰਗੇ ਨੇਤਰ ਵੀ ਚਾਅ ਨਾਲ ਚੌੜੇ ਹੋ ਗਏ। ਕਲੀਆਂ ਦੇ ਫੁੱਲਾਂ ਦੀ ਖੁਸ਼ਬੂ ਦੀ ਤਰ੍ਹਾਂ ਮਨ, ਬਾਣੀ ਅਤੇ ਸਰੀਰ ਵਿੱਚ ਖੁਸ਼ੀਆਂ ਖਿੱਲਰ ਗਈਆਂ। ਗੂੰਗੇ ਦੀ ਮਠਿਆਈ ਖਾਣ ਵਰਗੀ ਮਨ ਦੀ ਅਵਸਥਾ ਹੋ ਗਈ, ਜਿੱਥੇ ਕਥਨ ਕਹਿਣ ਦੀ ਸੋਝੀ ਹੀ ਨਹੀਂ ਰਹਿੰਦੀ। ਉਸ ਵਕਤ ਸੰਤ ਸੁੰਦਰ ਸਿੰਘ ਜੀ ਦੇ ਦਰਸ਼ਨਾਂ ਦੀ ਜੋ ਮਿਕਨਾਤੀਸੀ ਖਿੱਚ ਸੀ, ਉਸ ਨੇ ਮਨ ਬਿਰਤੀ ਨੂੰ ਉਚੇਰੀਆਂ ਮੰਜ਼ਲਾਂ ਵਿੱਚ ਪਹੁੰਚਾ ਦਿੱਤਾ। ਬਸ ਫਿਰ ਕੀ ਸੀ, ਸੰਤਾਂ ਜੋਗੇ ਹੀ ਹੋ ਕੇ
ਰਹਿ ਗਏ। ਯਥਾ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚੱਲੈ ਮਨ ਭਇਓ ਪੰਗ। ਦਮਦਮੀ ਟਕਸਾਲ ਵਿਖੇ ਗੁਰਮਤਿ ਵਿਦਿਆ ਆਪ ਜੀ ਸੰਨ 1921 ਈਸਵੀ ਤੋਂ ਲੈ ਕੇ 1930 ਈਸਵੀ ਤੱਕ 8 ਸਾਲ 6 ਮਹੀਨੇ ਲਗਾਤਾਰ ਜਥੇ ਵਿੱਚ ਸੰਤਾਂ ਕੋਲ ਰਹੇ। ਇਸ ਦੌਰਾਨ ਸੰਤਾਂ ਪਾਸੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ ਅਤੇ ਦਸਮ ਗ੍ਰੰਥ ਆਦਿ, ਗੁਰ ਇਤਿਹਾਸ, ਸਿੱਖ ਇਤਿਹਾਸ, ਪੰਥ ਪ੍ਰਕਾਸ਼, ਸ੍ਰੀ ਗੁਰਬਿਲਾਸ ਪਾਤਸ਼ਾਹੀ 6ਵੀਂ ਤੇ 10ਵੀਂ ਅਤੇ ਹੋਰ ਕਈ ਪ੍ਰਮਾਣਿਕ ਗ੍ਰੰਥ ਅਰਥਾਂ ਸਮੇਤ ਉਚੇਚੇ ਗਹੁ ਉਤਸ਼ਾਹ ਅਤੇ ਪਿਆਰ ਨਾਲ ਪੜ੍ਹੇ। ਉਪਰੰਤ ਦੂਜੇ ਮੱਤਾਂ ਦੀ ਜਾਣਕਾਰੀ ਲਈ ਵਿਚਾਰ ਸਾਗਰ, ਯੋਗ ਵੇਦਾਂਤ, ਪੰਚਦਸੀ, ਮੋਖਸ਼ ਪੰਥ ਆਦਿ ਪੜ੍ਹੇ। ਜਥੇ ਵਿੱਚ ਰਹਿੰਦਿਆਂ ਹਰ ਹੁਕਮ ਮੰਨ ਕੇ ਸੰਤਾਂ ਦੀ ਅਤੇ ਸੰਗਤ ਦੀ ਰੱਜ ਕੇ ਪ੍ਰਸੰਨਤਾ ਲਈ। ਜੇ ਗੁਰਧਾਮ ਯਾਤਰਾ ਵੀ ਕੀਤੀ ਤਾਂ ਸੰਤਾਂ ਦੀ ਆਗਿਆ ਲੈ ਕੇ ਹੀ ਗਏ, ਜਿਸ ਕਰਕੇ ਆਪ ਨੂੰ ਅਰਥ ਬੋਧ ਆਮ ਵਿਦਿਆਰਥੀਆਂ ਨਾਲੋਂ ਕਿਤੇ ਵਧੇਰੇ ਡੂੰਘਾ ਅਤੇ ਖੋਜ ਭਰਪੂਰ ਸੀ। ਆਪ ਨੇ ਸੰਤਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਕਥਾਵਾਂ ਅਰਥਾਂ ਸਮੇਤ ਵਿਚਾਰ ਕੇ ਪੜ੍ਹੀਆਂ ਅਤੇ ਨਾਲ ਦੇ ਵਿਦਿਆਰਥੀਆਂ ਨੂੰ ਵੀ ਸੰਥਾਂ ਦੀ ਵਿਚਾਰ ਕਰਵਾਉਂਦੇ ਰਹੇ। 5ਵੀਂ ਕਥਾ ਸੰਤ ਜੀ ਨੇ ਆਪ ਪਾਸੋਂ ਬੋਪਾ ਰਾਏ 1929 ਈਸਵੀ ਵਿੱਚ ਕਰਵਾਈ ਅਤੇ ਆਪ ਵੀ ਕੋਲ ਬੈਠ ਕੇ ਸੁਣੀ। ਇਹ ਕਥਾ 40 ਦਿਨਾਂ ਵਿੱਚ ਸੰਪੂਰਨ ਹੋਈ। ਹਰ ਰੋਜ਼ 13 ਘੰਟੇ ਕਥਾ ਹੁੰਦੀ। ਵਿਦਿਆਰਥੀਆਂ ਵਿੱਚੋਂ ਜੋ ਕਥਾ ਸੁਣਦੇ ਰਹੇ, ਉਹਨਾਂ ਵਿੱਚ ਹੇਠ ਲਿਖੇ ਨਾਮ ਵਰਣਨਯੋਗ ਹਨ। ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ, ਗਿਆਨੀ ਗੁਰਦਿਆਲ ਸਿੰਘ ਜੀ ਠੱਕਰਵਾਲ, ਜਿਨ੍ਹਾਂ ਦਾ ਜਨਮ ਭਾਈ ਕੀ ਡਰੋਲੀ ਵਿੱਚ ਹੋਇਆ ਸੀ, ਗਿਆਨੀ ਚੰਨਣ ਸਿੰਘ ਜੀ ਭਿੰਡਰ ਕਲਾਂ, ਸੰਤ ਮੇਲਾ ਸਿੰਘ ਜੀ ਬੰਗਾ ਦੁਆਬਾ ਆਦਿ। ਗੁਰਬਾਣੀ ਤੇ ਗੁਰਮਤਿ ਦੀਆਂ ਹੋਰ ਕਈ ਪੁਸਤਕਾਂ ਆਪ ਜੀ ਨੇ ਕੇਵਲ ਪੜ੍ਹੀਆਂ ਜਾਂ ਅਰਥ ਹੀ ਨਹੀਂ ਵਿਚਾਰੇ, ਸਗੋਂ ਨਾਲੋਂ ਨਾਲ ਉਹਨਾਂ ਗੁਰਮਤਿ ਸਿਧਾਂਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਕਮਾਉਂਦੇ ਰਹੇ ਅਤੇ ਉਹਨਾਂ ਮੁਤਾਬਕ ਜ਼ਿੰਦਗੀ ਨੂੰ ਢਾਲਦੇ ਵੀ ਰਹੇ। ਸੰਤਾਂ ਦੀ ਜ਼ਿੰਦਗੀ ਉਹਨਾਂ ਦੇ ਸਾਹਮਣੇ ਮਾਡਲ ਭਾਵ ਨਮੂਨਾ ਸੀ, ਜਿਨ੍ਹਾਂ ਵਰਗਾ ਜੀਵਨ ਬਣਾਉਣ ਅਤੇ ਉਸਾਰਨ ਵਿੱਚ ਆਪ ਪੂਰੀ ਲਗਨ ਨਾਲ ਜੁਟੇ ਰਹਿੰਦੇ ਸਨ। ਇਹੀ ਕਾਰਨ ਸੀ ਕਿ ਆਪ ਜੀ ਦੀ ਯਾਦ ਸ਼ਕਤੀ, ਅਨੁਭਵ ਤੇ ਬੁੱਧੀ ਦੀ ਤੀਖਣਤਾ ਦਾ ਮੁਕਾਬਲਾ ਹੋਰ ਕੋਈ ਵੀ ਵਿਦਿਆਰਥੀ ਨਹੀਂ ਸੀ ਕਰ ਸਕਦਾ। ਇਸ ਦੀ ਇੱਕ ਉਦਾਹਰਣ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਵਿੱਤਰ ਜੀਵਨ ਵਿੱਚ ਡਾਕਟਰ ਸ਼ੇਰ ਸਿੰਘ PhD ਨੇ ਇਉਂ ਆਰੰਭ ਕੀਤੀ ਹੈ। ਥੇਹੜੀ ਪਿੰਡ ਦੇ ਪ੍ਰੋਗਰਾਮ ਸਮੇਂ ਇੱਕ ਦਿਨ ਜਥੇ ਦੇ ਕੁਝ ਵਿਦਿਆਰਥੀ ਸਿੰਘ ਬੈਠੇ ਆਪਸ ਵਿੱਚ ਵਿਚਾਰ ਕਰ ਰਹੇ ਸਨ ਤਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਰਾਜ ਨੇ ਵਿਦਿਆਰਥੀਆਂ ਨੂੰ ਕਿਹਾ, ਗੁਰਬਾਣੀ ਗੁਰੂ ਨਾਨਕ ਦੇ 10 ਰੂਪਾਂ ਅਤੇ ਅਕਾਲ ਪੁਰਖ, ਇਹਨਾਂ ਤਿੰਨਾਂ ਵਿੱਚ ਕੀ ਭੇਦ ਹੈ? ਤਾਂ ਜਥੇਦਾਰ ਗੁਰਦਿਆਲ ਸਿੰਘ ਨੇ ਕਿਹਾ, ਗੁਰਬਾਣੀ ਅਕਾਲ ਪੁਰਖ ਦਾ ਹੁਕਮ ਹੈ ਜੋ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਹਨ। ਜਥਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਨਿਸ਼ਚਾ ਭਾਈ ਗੁਰਦਿਆਲ ਸਿੰਘ ਜੀ ਡਰੋਲੀ ਨੇ ਦੱਸਿਆ। ਜਦੋਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੁੱਛਿਆ ਤਾਂ ਆਪ ਨੇ ਕਿਹਾ ਕਿ ਸਤਿਗੁਰੂ ਤੇ ਅਕਾਲ ਪੁਰਖ ਅਭੇਦ ਹਨ। ਯਥਾ ਨਾਨਕ ਸੋਧੇ ਸਿਮਰਿਤ ਬੇਦ, ਪਾਰ ਬ੍ਰਹਮ ਗੁਰ
ਨਾਹੀ ਭੇਦ। ਗੁਰ ਪਰਮੇਸ਼ਰ ਏਕੋ ਜਾਣ, ਆਪ ਨਰਾਇਣ ਕਲਾ ਧਾਰ। ਜਗ ਮਹਿ ਪਰਵਰਿਆਓ ਨਿਰੰਕਾਰ, ਆਕਾਰ ਜੋਤ ਜਗ ਮੰਡਲ ਕਰਿਆਓ। ਅਕਾਲ ਨੇ ਆਪ ਹੀ ਨਿਰਾਕਾਰ ਰੂਪ ਤੋਂ ਗੁਰੂ ਕਾ ਆਕਾਰ ਧਾਰਿਆ ਹੈ। ਜਿਵੇਂ ਅਕਾਲ ਉਸ ਦਾ ਨਾਮ ਹੈ, ਤਿਵੇਂ ਹੀ ਬ੍ਰਹਮਾ ਆਦਿ ਦਾ ਗੁਰੂ ਹੋਣ ਕਰਕੇ ਗੁਰੂ ਵੀ ਪਰਮੇਸ਼ਰ ਦਾ ਹੀ ਨਾਮ ਤੇ ਸਰੂਪ ਹੈ। ਅਤੇ ਗੁਰਬਾਣੀ ਗੁਰੂ ਕਾ ਸ਼ਬਦ ਗਿਆਨ ਰੂਪ ਹੈ। ਯਥਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤ ਗੁਰ ਬਚਨ, ਬਚਨ ਹੈ ਸਤ ਗੁਰ, ਪਾਦਰ ਮੁਕਤ ਜਨਾਵੈ ਗੋ। ਜਿਵੇਂ ਗੁਰਬਾਣੀ ਗੁਰੂ ਦਾ ਰੂਪ ਹੈ ਤੇ ਗੁਰੂ ਗੁਰਬਾਣੀ ਦਾ ਰੂਪ ਹੈ, ਇਵੇਂ ਹੀ ਅਕਾਲ ਪੁਰਖ ਨੇ ਵੀ ਗੁਰਬਾਣੀ ਦਾ ਰੂਪ ਧਾਰਿਆ ਹੋਇਆ ਹੈ। ਯਥਾ ਸਤਿਗੁਰ ਕੀ ਬਾਣੀ, ਸਤ ਸਰੂਪ ਹੈ ਗੁਰਬਾਣੀ ਬਣੀਐ। ਆਪ ਨੇ ਕਿਹਾ ਕਿ ਹਜੂਰ, ਮੇਰਾ ਤਾਂ ਇਹੋ ਨਿਸ਼ਚਾ ਹੈ ਕਿ ਅਕਾਲ ਪੁਰਖ ਸਤਿਗੁਰੂ ਨਾਨਕ ਤੋਂ ਦਸ਼ਮੇਸ਼ ਗੁਰੂ ਜੀ ਤੱਕ ਅਤੇ ਗੁਰਬਾਣੀ ਸਭ ਇੱਕੋ ਹੀ ਰੂਪ ਹਨ। ਫਿਰ ਬਾਕੀ ਸਾਰਿਆਂ ਨੂੰ ਪੁੱਛਿਆ, ਪਰ ਉਹ ਮਸਤ ਰਹੇ। ਇੱਕ ਸਿੰਘ ਨੇ ਕਿਹਾ, ਜੀ ਆਪ ਵੀ ਆਪਣਾ ਨਿਸ਼ਚਾ ਦੱਸੋ। ਤਾਂ ਸੰਤਾਂ ਨੇ ਕਿਹਾ, ਭਾਈ ਗਿਆਨੀ ਗੁਰਬਚਨ ਸਿੰਘ ਦਾ ਨਿਸ਼ਚਾ ਹੀ ਗੁਰਮਤ ਅਨੁਕੂਲ ਸਹੀ ਹੈ। ਤਾਂ ਸਿੰਘਾਂ ਕਿਹਾ, ਜੀ ਆਪ ਵਿਸਥਾਰ ਪੂਰਵਕ ਇਸ ਵਿਸ਼ੇ ਤੇ ਚਾਨਣਾ ਪਾਓ। ਤਾਂ ਆਪ ਨੇ ਕਿਹਾ, ਭਾਈ ਜਿਹੜਾ ਇਹ ਖਿਆਲ ਹੈ ਕਿ ਬਾਣੀ ਅਕਾਲ ਪੁਰਖ ਦਾ ਹੁਕਮ ਹੈ ਤੇ ਗੁਰੂ ਲਿਆਉਣ ਵਾਲੇ ਹਨ, ਇਹ ਬਣਦਾ ਨਹੀਂ। ਕਿਉਂਕਿ ਹੁਕਮੀ ਉਸ ਦਾ ਸੋਮਾ ਹੋਣ ਕਰਕੇ ਹੁਕਮ ਤੋਂ ਸਦਾ ਵੱਡਾ ਹੁੰਦਾ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਕਾਲ ਪੁਰਖ ਗੁਰਬਾਣੀ ਤੋਂ ਭਿੰਨ ਹੈ ਤੇ ਵੱਡਾ ਹੈ। ਗੁਰੂ ਜੋ ਕਾਸਿਦ ਡਾਕੀਆ ਹੈ, ਉਹ ਉਸ ਗੁਰਬਾਣੀ ਨਾਲੋਂ ਵੀ ਛੋਟਾ ਹੈ। ਸਾਡਾ ਨਿਸ਼ਚਾ ਤਾਂ ਇਹ ਹੈ ਕਿ ਗੁਰੂ ਤੇ ਅਕਾਲ ਪੁਰਖ ਇੱਕ ਹੀ ਰੂਪ ਹਨ। ਗੁਰ ਨਾਨਕ ਦੇਵ ਗੋਬਿੰਦ ਰੂਪ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਤਿਗੁਰੂ ਦੇ ਹਿਰਦੇ ਦਾ ਪ੍ਰਮਾਣ ਬਾਣੀ ਹੈ। ਜੈਸੇ ਸੰਸਕਾਰ ਹੁੰਦੇ ਹਨ, ਤੈਸੀ ਹੀ ਹਾਲਤ ਕਥਨ ਦੀ ਹੁੰਦੀ ਹੈ। ਗੁਰਾਂ ਦੇ ਗਿਆਨ ਦਾ ਸਰੋਵਰ ਅੰਮ੍ਰਿਤ ਰੂਪ ਬਾਣੀ ਹੀ ਹੈ। ਭਾਵੇਂ ਗੁਰਾਂ ਦੇ ਹਿਰਦੇ ਦਾ ਪ੍ਰਮਾਣ ਹੀ ਗਿਆਨਮਈ ਗੁਰਬਾਣੀ ਹੈ, ਤਾਂ ਵੀ ਅੰਧੇ ਅਗਿਆਨੀ ਜੀਵਾਂ ਦੇ ਉਧਾਰ ਕਰਨ ਨੂੰ ਜੈਸੇ ਗੁਰ ਪ੍ਰਗਟ ਵਿਅਕਤੀ ਸਮਰੱਥ ਸਨ, ਤੈਸੇ ਗੁਰਬਾਣੀ ਵੀ ਸਰਬ ਸ਼ਕਤੀ ਸੰਪੰਨ ਹੈ। ਯਥਾ ਗੁਰ ਕੀ ਬਾਣੀ ਸਿਉ ਲਾਏ ਪਿਆਰ, ਐਥੈ ਉਥੈ ਇਹੋ ਆਧਾਰ। ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾ ਕਾ ਨਸੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਅੰਮ੍ਰਿਤ ਬਾਣੀ ਸੁਣਤ ਨਿਹਾਲ, ਬਿਨਸ ਗਏ ਬਿਖਿਆ ਜੰਜਾਲ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸੋ ਭਾਈ ਇਸ ਤਰ੍ਹਾਂ ਦੇ ਬੇਅੰਤ ਪ੍ਰਮਾਣ ਹਨ। ਸਿਧਾਂਤ ਇਹੀ ਹੈ ਜੋ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ। ਸਾਡਾ ਇਹੀ ਨਿਸ਼ਚਾ ਹੈ ਕਿ ਅਕਾਲ ਪੁਰਖ ਗੁਰੂ ਤੇ ਗੁਰਬਾਣੀ ਸਭ ਇੱਕ ਰੂਪ ਹਨ। ਕੋਈ ਭਿੰਨ ਭੇਦ ਨਹੀਂ, ਛੋਟਾਈ ਵਡਾਈ ਬਣਦੀ ਨਹੀਂ। ਸਾਧ ਸੰਗਤ ਤੇ ਪੰਜ ਪਿਆਰੇ ਇਸ ਖਜ਼ਾਨੇ ਦੇ ਵਰਤਾਵਨਹਾਰੇ ਹਨ, ਜੋ ਆਪ ਇਸ ਅੰਮ੍ਰਿਤ ਰਸ ਨੂੰ ਪੀਂਦੇ ਅਤੇ ਅੱਗੋਂ ਜਗਿਆਸੂ ਜਨ ਉਹਨਾਂ ਪਾਸੋਂ ਇਹ ਅੰਮ੍ਰਿਤ ਰਸ ਪਾਨ ਕਰਕੇ ਅਚਲ ਅਖੰਡ ਰੂਪ ਜੀਵਨ ਵਿਦੇਹ ਮੁਕਤੀ ਦਾ ਆਨੰਦ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਦੀਆਂ ਵਿਚਾਰਾਂ ਸੰਤ ਵਿਦਿਆਰਥੀਆਂ ਨਾਲ ਕਈ ਵਾਰ ਸਾਂਝੀਆਂ ਕਰਦੇ ਰਹਿੰਦੇ ਸਨ। ਅਜਿਹੇ ਮੌਕਿਆਂ ਤੇ ਗਿਆਨੀ ਗੁਰਬਚਨ ਸਿੰਘ ਜੀ ਵਿਆਖਿਆ ਤੇ ਪ੍ਰਸ਼ਨਾਂ ਦੇ ਉੱਤਰ ਗੁਰਮਤ ਅਨੁਸਾਰ ਠੀਕ ਅਤੇ ਢੁਕਵੇਂ ਦਿੰਦੇ, ਜਿਨ੍ਹਾਂ ਨੂੰ ਸੁਣ ਕੇ ਸੰਤਾਂ ਦੀ ਪ੍ਰਸੰਨਤਾ ਵਿੱਚ ਹੋਰ ਵੀ ਵਾਧਾ ਹੁੰਦਾ।
ਗਿਆਨੀ ਗੁਰਬਚਨ ਸਿੰਘ ਜੀ ਸ੍ਰੀ ਜਪਜੀ ਸਾਹਿਬ ਦੇ ਅਰਥਾਂ ਨੂੰ ਸੁਣਨ ਤੋਂ ਬਾਅਦ ਰੋਜ਼ ਦੇ ਰੋਜ਼ ਅਰਥਾਂ ਨੂੰ ਆਪਣੀ ਕਵਿਤਾ ਵਿੱਚ ਲਿਖ ਲਿਆਉਂਦੇ ਅਤੇ ਜਦ ਉਹ ਸੰਤਾਂ ਨੂੰ ਸੁਣਾਉਂਦੇ ਤਾਂ ਉਹਨਾਂ ਦੀ ਪ੍ਰਸੰਨਤਾ ਦਾ ਕੜ ਹੀ ਟੁੱਟ ਜਾਂਦਾ, ਜਿਸ ਕਰਕੇ ਸੰਤ ਹੁਣ ਆਪਣੇ ਨਿੱਜੀ ਸਮੇਂ ਤੋਂ ਵਿਸ਼ੇਸ਼ ਸਮਾਂ ਕੱਢ ਕੇ ਆਪ ਨੂੰ ਇਕੱਲਿਆਂ ਕੋਲ ਬਿਠਾ ਕੇ ਬਾਕੀ ਵਿਦਿਆਰਥੀਆਂ ਤੋਂ ਵੱਖਰੀ ਪੜ੍ਹਾਈ ਦੀ ਮਿਹਨਤ ਵੀ ਕਰਵਾਉਂਦੇ ਰਹੇ। ਸ੍ਰੀ ਜਪਜੀ ਸਾਹਿਬ ਦਾ 1.25 ਲੱਖ ਪਾਠ। ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਥੇ ਸਮੇਤ ਗੁਰਦੁਆਰਾ ਭੋਪਾ ਰਾਏ ਪੁੱਜੇ ਅਤੇ 30 ਦਸੰਬਰ 1927 ਈਸਵੀ ਮੁਤਾਬਕ 16 ਪੋਹ 1984 ਬਿਕਰਮੀ ਨੂੰ ਪੋਹ ਸੁਦੀ 7ਵੀਂ ਦਾ ਗੁਰਪੁਰਬ ਬੜੀ ਧੂਮ-ਧਾਮ ਨਾਲ ਮਨਾਇਆ। ਗੁਰਪੁਰਬ ਵਾਲੇ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਵਿੱਚ 1.25 ਲੱਖ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨ ਦਾ ਅਰਦਾਸਾ ਸੰਤਾਂ ਨੇ ਆਪ ਸੋਧਿਆ। ਜਥੇ ਚੋਂ 40 ਸਿੰਘ ਚੁਣ ਲਏ। ਇਹਨਾਂ ਵਿੱਚੋਂ ਹਰ ਇੱਕ ਸਿੰਘ ਹਰ ਰੋਜ਼ 100 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਦਾ। ਸੰਤ ਸੁੰਦਰ ਸਿੰਘ ਜੀ ਆਪ ਵੀ ਸ੍ਰੀ ਜਪਜੀ ਸਾਹਿਬ ਦੇ ਹਰ ਰੋਜ਼ 101 ਪਾਠ ਕਰਦੇ ਰਹੇ। ਜਿਹੜੇ 40 ਸਿੰਘਾਂ ਨੇ ਇਹ ਪਾਠ ਕੀਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਨੰਬਰ 1 ਗਿਆਨੀ ਗੁਰਬਚਨ ਸਿੰਘ ਖਾਲਸਾ। ਨੰਬਰ 2 ਜਥੇਦਾਰ ਗੁਰਦਿਆਲ ਸਿੰਘ। ਨੰਬਰ 3 ਸੰਤ ਇੰਦਰ ਸਿੰਘ। ਚੌਥੇ ਗਿਆਨੀ ਗੁਰਦਿਆਲ ਸਿੰਘ ਡਰੌਲੀ। ਪੰਜਵੇਂ ਗਿਆਨੀ ਅਜੈਬ ਸਿੰਘ। ਛੇਵੇਂ ਗਿਆਨੀ ਨਰੈਣ ਸਿੰਘ। ਸੱਤਵੇਂ ਸੁਖਦੇਵ ਸਿੰਘ। ਅੱਠਵੇਂ ਬਲਬੀਰ ਸਿੰਘ। ਨੌਵੇਂ ਹਜੂਰਾ ਸਿੰਘ। 10ਵੇਂ ਬਿਸ਼ਨ ਸਿੰਘ। 11ਵੇਂ ਸੰਤ ਸਿੰਘ। 12ਵੇਂ ਜੰਗ ਸਿੰਘ। 13ਵੇਂ ਚੰਨਣ ਸਿੰਘ। 15ਵੇਂ ਬਚਨ ਸਿੰਘ। 16ਵੇਂ ਮੰਗਲ ਸਿੰਘ। 17ਵੇਂ ਦਲੇਰ ਸਿੰਘ। 18ਵੇਂ ਉਜਾਗਰ ਸਿੰਘ। 19 ਨੰਬਰ ਤੇ ਲਛਮਣ ਸਿੰਘ। ਨੰਬਰ 20 ਤੇ ਮੂਲ ਸਿੰਘ। 21 ਰਾਮ ਸਿੰਘ। ਨੰਬਰ 22 ਸਾਉਣ ਸਿੰਘ। 23 ਦਸੌਂਦਾ ਸਿੰਘ। 24 ਵਰਿਆਮ ਸਿੰਘ। 25 ਸੰਤ ਸਿੰਘ ਬੀਏ। 26 ਹੀਰਾ ਸਿੰਘ। 27 ਮਿਹਰ ਸਿੰਘ। 28 ਗੁਰਦਿੱਤ ਸਿੰਘ। 29 ਦਇਆ ਸਿੰਘ। 30 ਆਸਾ ਸਿੰਘ। 31 ਨੰਦ ਸਿੰਘ। 32 ਬਾਬੂ ਸਿੰਘ। 33 ਕੇਹਰ ਸਿੰਘ। 34 ਸੰਤਾ ਸਿੰਘ ਜੈਲਦਾਰ। 35 ਰੂੜ ਸਿੰਘ। 36 ਗੋਪਾਲ ਸਿੰਘ। 37 ਗੁਰਦਿਆਲ ਸਿੰਘ। 34 ਚੱਕ। 38 ਨੰਬਰ ਤੇ ਬਾਬਾ ਨਿਹੰਗ ਸਿੰਘ। 39ਵੇਂ ਨੰਬਰ ਤੇ ਕੇਸ਼ਵ ਸਿੰਘ ਤੇ 40ਵੇਂ ਨੰਬਰ ਤੇ ਬਚਨ ਸਿੰਘ ਦੇਸੀ। ਨਾਲ ਨਾਲ ਸੰਤ ਗਿਆਨੀ ਸੁੰਦਰ ਸਿੰਘ ਜੀ ਹਰ ਰੋਜ਼ ਸੁਬਹ ਇੱਕ ਪੌੜੀ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਸਹਿਤ ਕਥਾ ਕਰਦੇ। 40 ਦਿਨਾਂ ਵਿੱਚ 1.25 ਲੱਖ ਸ੍ਰੀ ਜਪਜੀ ਸਾਹਿਬ ਦੇ ਪਾਠ ਅਤੇ ਸ੍ਰੀ ਜਪਜੀ ਸਾਹਿਬ ਦੀ ਕਥਾ ਸੰਪੂਰਨ ਕਰਕੇ ਭੋਗ ਪਾਇਆ ਗਿਆ। ਸਾਰੇ ਮੁਖੀ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਸੰਤ ਜੀ ਨੇ ਫਰਮਾਇਆ 5 ਮਿੰਟਾਂ ਵਿੱਚ ਸ੍ਰੀ ਜਪਜੀ ਸਾਹਿਬ ਦਾ ਸਾਰ ਸੁਣਾਓ। ਕਈ ਮੁਖੀ ਵਿਦਿਆਰਥੀਆਂ ਨੇ ਯਤਨ ਕੀਤਾ ਪਰ ਉਹ ਸਫਲ ਨਾ ਹੋ ਸਕੇ। ਜਦ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੂੰ ਹੁਕਮ ਹੋਇਆ ਤਾਂ ਆਪ ਨੇ ਕਿਹਾ, ਮਹਾਰਾਜ ਜੇ ਆਗਿਆ ਕਰੋ ਤਾਂ ਮੈਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਸਾਰ ਕਵਿਤਾ ਵਿੱਚ ਸੁਣਾਵਾਂ। ਤਾਂ ਮਹਾਪੁਰਖਾਂ ਨੇ ਪ੍ਰਸੰਨ ਹੋ ਕੇ ਕਿਹਾ, ਅੱਛਾ ਕਵਿਤਾ ਦੁਆਰਾ ਹੀ ਸੁਣਾਓ। ਤਾਂ ਆਪ ਨੇ ਆਪਣੀ ਰਚੀ ਕਵਿਤਾ ਦੇ ਹੇਠ ਲਿਖੇ 11 ਛੰਦ ਸੁਣਾਏ।